सतगुर महापुरख है पारस कंचन कर दे लोहे नो। सतगुर महापुरख है पारस कंचन कर दे लोहे नो। महापुरख है पारस कंचन कर दे लोहे नो। सतगुर महापुरख है पारस कंचन कर दे लोहे नो। कंचन कर दे कंचन कर दे सतगुर महापुरख है पारस कंचन कर दे लोहे। सतगुर महापुरख है पारस कर दे लोहे नो। सतगुर महापुरख है पारस कंचन कर दे लोहे नो। सतगुर महापुरख है पारस कंचन कर दे लोहे नो। महापुरख है पारस कंचन कर दे लोहे नो। सतगुर महापुरख है पारस कंचन कर दे लोहे नो। 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 सतगुर महापुरख है पारस कंचन कर दे लोहे नो। सतगुर महापुरख है पारस कर दे लोहे नो। सतगुर महापुरख है पारस कंचन कर दे लोहे नो। सतगुर महापुरख है पारस कंचन कर दे लोहे नो। महापुरख है पारस कंचन कर दे लोहे नो। सतगुर महापुरख है पारस कंचन कर दे लोहे नो। मन सतगुर शरण ते आवे गो। लोहा हिरन होवै संग पारस। लोहा हिरन होवै संग पारस। गुण पारस के होए आवे गो। सतगुर महापुरख है पारस। सतगुर महापुरख है पारस।
जो लागै सो फल पावेगो। ज्यों गुर उपदेश तरे प्रहलादा, ज्यों गुर उपदेश तरे प्रहलादा, गुर सेवक पैज रखावे गो। सतगुर बचन बचन है नीको, सतगुर बचन बचन है नीको, गुर बचनी अमृत पावे गो। ज्यों अमरीक अमरा पद पाए, ज्यों अम्बरीक अमरा पद पाए। गुर सतगुर सतगुर मुख बचन ध्यावे गो। कबीर चंदन का मिरवा बला, बेड़े उताक पला, सोए पे चंदन होए रहे, बसै जो चंदन पास, बसै जो चंदन पास। गुर अमृत पिन्नी द्यो मरी, गुर सतगुर गुर अमृत पिन्नी द्यो हरी। गुर अमृत पिन्नी द्यो हरी। हर हर अमृत पिन्ने लोएणा, मन प्रेम रतना राम राजे। मन राम कसबटी लाया, कंचन सो पिन्ना। गुरमुख रंग चलूलिया, मेरा मन तनो पिन्ना। जन नानक मुस्कच भोलिया, सब जन्म धन धन्ना। जी सतगुर महापुरख है, पारस कंचन कर दे लोहे नो। महापुरख है, पारस कंचन कर दे लोहे नो। सतगुर महापुरख है, पारस कंचन कर दे लोहे नो। सतगुर महापुरख है, पारस कंचन कर दे लोहे नो। सतगुर महापुरख है, पारस कंचन कर दे लोहे नो। सतगुर महापुरख है, पारस कंचन कर दे लोहे नो। जितने भी माई भाई दूरों नेड़ों चल के गुरु की हजूरी विच पहुंचे हों, आओ कुछ मिनटां वास्ते आपो अपने ख्यालों नूं, मन बिरतियां नूं शब्द विचार दे नाल जोड़न दी खेचल करो। ਜਿਹੜੇ ਵੀਰ ਭਰਾ ਇੱਧਰ ਉੱਧਰ ਘੁੰਮਦੇ ਹਨ, ਸਾਰਿਆਂ ਨੂੰ ਬੇਨਤੀ ਹੈ ਭਾਈ ਪ੍ਰਸ਼ਾਦਾ ਛਕ ਕੇ ਪੰਡਾਲ ਦੇ ਵਿੱਚ ਬੈਠੋ। ਆ ਕੇ ਲੰਗਰ ਵਾਲੇ ਸੇਵਾਦਾਰਾਂ ਨੂੰ ਬੇਨਤੀ ਹੈ ਵੀ ਹੁਣ ਪ੍ਰਸ਼ਾਦਾ ਬਾਅਦ ਵਿੱਚ ਵਰਤਾ ਦਿਓ, ਹੁਣ ਜੋ ਸੰਗਤ ਛਕ ਰਹੀ ਹੈ ਉਹਨਿਆਂ ਕੁ ਨੂੰ ਛਕਾ ਦਿਓ, ਬਾਕੀ ਬਾਅਦ ਦੇ ਵਿੱਚ ਸੰਗਤ ਛਕ ਲਏਗੀ। ਜਿਸ ਵਾਸਤੇ ਆਪਾਂ ਆਏ ਆ, ਆਪਾਂ ਕੁਝ ਗੁਰਬਾਣੀ ਦੀ ਗੁਰਮਤਿ ਦੀ ਵਿਚਾਰ ਗੁਰ ਇਤਿਹਾਸ ਸੁਣ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਆਪਾਂ ਸਫਲ ਬਣਾਈਏ। ਇਹ ਜਿਹੜੇ ਸ਼ਬਦ ਆਪਾਂ ਨੇ ਗਾਇਨ ਕੀਤੇ ਹਨ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਨੇ। ਉਹਨਾਂ ਦਾ ਅਵਤਾਰ ਪੁਰਬ, ਜਿੱਥੇ ਅੱਜ ਮਹਾਰਿਸ਼ੀ ਵਾਲਮੀਕੀ ਜੀਆਂ ਦਾ ਅਵਤਾਰ ਦਿਵਸ ਹੈ,
ਤੇ ਅੱਜ ਹੈ ਅੱਸੂ ਦੀ ਪੂਰਨਮਾਸੀ। ਕੱਲ ਨੂੰ ਕੱਤਕਵਦੀ ਏਕਮ ਤੇ ਦੂਜ ਦਾ ਗੁਰੂ ਰਾਮਦਾਸ ਜੀ ਦਾ ਅਵਤਾਰ ਪੁਰਬ ਹੈ। ਇਹ ਸ਼ਬਦ ਆਪਾਂ ਨੇ ਗਾਇਨ ਕੀਤਾ ਹੈ, ਮਨ ਸਤਿਗੁਰ ਸ਼ਰਨ ਧਿਆਵੈ ਗੋ। ਲੋਹਾ ਹਿਰਨ ਹੋਵੈ ਸੰਗ ਪਾਰਸ, ਗੁਣ ਪਾਰਸ ਕੋ ਹੋਏ ਆਵੈ ਗੋ। ਇੱਥੇ ਪਾਰਸ ਦਾ ਅਤੇ ਲੋਹੇ ਦਾ ਜ਼ਿਕਰ ਕਰਦੇ ਨੇ ਗੁਰੂ ਰਾਮਦਾਸ ਜੀ। ਲੋਹਾ ਕਹਿੰਦੇ ਪਾਰਸ ਦੇ ਨਾਲ ਲੱਗ ਕੇ ਸੋਨਾ ਬਣ ਜਾਂਦਾ ਹੈ। ਪਾਰਸ ਇੱਕ ਵੱਟੀ ਹੁੰਦੀ ਹੈ, ਲੋਹਾ ਉਹਦੇ ਨਾਲ ਲੱਗ ਜਾਵੇ, ਟੱਚ ਹੋ ਜਾਵੇ, ਲੋਹੇ ਨੂੰ ਪਾਰਸ ਸੋਨਾ ਬਣਾ ਦਿੰਦਾ ਹੈ। ਸਾਡਾ ਮਨ ਹੈ ਲੋਹਾ, ਜਿਹਨੂੰ ਬਕਾਰਾਂ ਦਾ ਜਗਾਲ ਲੱਗਿਆ ਹੋਇਆ, ਬਕਾਰਾਂ ਦੀ ਜਰ ਲੱਗੀ ਹੋਈ ਹੈ। ਤੇ ਗੁਰੂ ਦੇ ਜਿਹੜੇ ਸ਼ਬਦ ਨੇ, ਬਾਣੀ, ਇਹ ਹੈ ਪਾਰਸ। ਗੁਰੂ ਪਾਰਸ ਹੈ ਤੇ ਸਾਡਾ ਮਨ ਹੈ ਜਿਹੜਾ ਉਹ ਲੋਹਾ ਹੈ। ਸਾਡੇ ਮਨ ਲੋਹੇ ਨੇ, ਗੁਰੂ ਸ਼ਬਦ ਪਾਰਸ ਦੇ ਨਾਲ ਜੁੜ ਕੇ ਫਿਰ ਸੋਨਾ ਬਣਨਾ ਹੈ। ਲੋਹਾ ਹਿਰਨ ਹੋਵੇ ਸੰਗ ਪਾਰਸ, ਗੁਣ ਪਾਰਸ ਕੋ ਹੋਏ ਆਵੇ ਗੋ। ਗੁਣ ਪਾਰਸ ਕੋ ਹੋਏ ਆਵੇ ਗੋ। ਪਾਰਸ ਦੇ ਵਿੱਚ ਇਹ ਗੁਣ ਹੈ, ਲੋਹੇ ਨੂੰ ਸੋਨਾ ਬਣਾਉਣ ਵਾਲਾ। ਤੇ ਗੁਰੂ ਦੇ ਵਿੱਚ ਵੀ ਇਹ ਗੁਣ ਹੈ, ਬਲਕਿ ਗੁਰੂ ਦੇ ਵਿੱਚ ਤਾਂ ਇਦੋਂ ਵੱਧ ਗੁਣ ਹੈ। ਪਾਰਸ ਹੈ ਜਿਹੜਾ ਲੋਹੇ ਨੂੰ ਸੋਨਾ ਤਾਂ ਬਣਾ ਦਿੰਦਾ ਹੈ, ਪਰ ਪਾਰਸ ਨਹੀਂ ਬਣਾ ਸਕਦਾ, ਆਪਣੇ ਵਰਗਾ ਨਹੀਂ ਬਣਾ ਸਕਦਾ। ਤੇ ਗੁਰੂ ਦੇ ਵਿੱਚ ਇਹ ਤਾਕਤ ਹੈ, ਗੁਰੂ ਦੇ ਵਿੱਚ ਇਹ ਸਮਰੱਥਾ ਹੈ। ਗੁਰੂ ਸਿੱਖ ਨੂੰ ਆਪਣੇ ਵਰਗਾ ਬਣਾ ਲੈਂਦਾ ਹੈ। ਸਿੱਖ ਦੀ ਸੋਚ, ਸਿੱਖ ਦੀ ਵਿਚਾਰ, ਸਿੱਖ ਦਾ ਉੱਚਾ ਸੁੱਚਾ ਜੀਵਨ ਬਣ ਜਾਂਦਾ ਹੈ। ਗੁਰੂ ਆਪਣੇ ਵਰਗਾ ਬਣਾ ਲੈਂਦਾ ਹੈ। ਇਦਾਂ ਸਿੱਖ ਤੇ ਗੁਰੂ ਦੀ ਅਭੇਦਤਾ ਦੇ ਸ਼ਬਦ ਨੇ ਗੁਰਬਾਣੀ ਦੇ ਵਿੱਚ। ਸਿੱਖ ਗੁਰੂ, ਗੁਰੂ ਸਿੱਖ ਹੈ, ਦੋਨੋਂ ਗੁਰ ਉਪਦੇਸ਼ ਚਲਾਏ। ਹਰ ਵਿਅਕਤੀ ਨਾਲ ਆਪਾਂ ਇਹ ਨਹੀਂ ਲਾ ਸਕਦੇ। ਆਓ ਜਿਨ੍ਹਾਂ ਦਾ ਆਪਾਂ ਗੱਲ ਕਰਨੀ ਹੈ, ਗੁਰੂ ਰਾਮਦਾਸ, ਲਾਹੌਰ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ, ਗੁਰੂ ਰਾਮਦਾਸ ਜੀ ਦਾ। ਸੋਢੀ ਹਰਦਾਸ ਜੀ ਦੇ ਘਰ ਮਾਤਾ ਦਇਆ ਕੌਰ ਲਿਖਿਆ ਇਤਿਹਾਸ ਵਾਲਿਆਂ ਨੇ। ਮਾਤਾ ਦਇਆ ਜੀ ਦੀ ਕੁੱਖੋਂ ਪਿਤਾ ਸੋਢੀ ਹਰਦਾਸ ਜੀ ਦੇ ਘਰ 1534 ਈਸਵੀ ਤੇ ਉਦੋਂ ਸਤੰਬਰ ਦਾ ਮਹੀਨਾ ਸੀ, ਕੱਤਕਵਦੀ ਦੂਜ ਸੀ। ਪਰ ਆਪਣੇ ਸਾਰੀ ਗੁਰਪੁਰਬ ਜਿਹੜੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਡਾਇਰੀਆਂ ਦੇ ਵਿੱਚ ਛਪਦੇ ਨੇ, ਉਹ ਸੁਦੀਆਂ ਬਦੀਆਂ ਚੰਦਰਮਾ ਦੇ ਕੈਲੰਡਰ ਦੇ ਮੁਤਾਬਕ ਮਨਾਏ ਜਾਂਦੇ ਨੇ। ਤਾਂ ਕਰਕੇ ਅੰਗਰੇਜ਼ੀ ਤਰੀਕਾਂ ਤੋਂ ਉਹ ਅੱਗੇ ਪਿੱਛੇ ਹੋ ਜਾਂਦੇ ਨੇ। ਲਾਹੌਰ ਦੇ ਬਾਜ਼ਾਰ ਚੂਨਾ ਮੰਡੀ ਦੇ ਵਿੱਚ ਹਰਦਾਸ ਜੀ ਸੋਢੀ ਦੇ ਘਰ ਜਨਮ ਹੁੰਦਾ ਹੈ। ਜੇਠਾ ਜੀ ਨਾਮ ਰੱਖਿਆ ਜਾਂਦਾ ਹੈ। ਵੱਡਾ ਹੋਣ ਕਰਕੇ ਪਹਿਲੇ ਸਮਿਆਂ ਦੇ ਵਿੱਚ ਵੱਡੇ ਬੱਚੇ ਨੂੰ ਜੇਠਾ ਹੀ ਕਿਹਾ ਕਰਦੇ ਸੀ। ਦੋ ਸਾਲ ਦੇ ਹੋਏ ਸੀ, ਪਿਤਾ ਦਾ ਸਾਇਆ ਸਿਰ ਤੋਂ ਉੱਠਿਆ, ਡੈਥ ਹੋ ਗਈ ਪਿਤਾ ਦੀ। ਫਿਰ ਮਾਤਾ ਦਇਆ ਜੀ ਨੇ ਆਪਣੇ ਬੱਚੇ ਨੂੰ ਪਾਲਣਾ। ਜਦੋਂ ਵੱਡੇ ਹੁੰਦੇ ਨੇ, 6-7 ਸਾਲ ਦੇ ਹੁੰਦੇ ਨੇ, ਤੇ ਘਰ ਦਾ ਗੁਜ਼ਾਰਾ ਬੜਾ ਮੁਸ਼ਕਲ ਚੱਲਦਾ ਸੀ। ਛੋਲੇ ਉਬਾਲ ਕੇ ਨਾ, ਉਹ ਬੋਟੀ ਦੇ ਵਿੱਚ ਪਾ ਕੇ ਬਾਜ਼ਾਰ ਵਿੱਚ ਤੋੜ ਦੇਣਾ ਵੀ ਵੇਚਿਆ।
ਇੰਨੇ ਕੁ ਉਹ ਦੱਸਤਾ ਵੀ ਇੰਨੇ ਕੁ ਪੈਸਿਆਂ ਦੇ ਇੰਨੇ ਕੁ ਦੇ ਦਿਆ ਕਰੋ। ਉਹਨਾਂ ਨੂੰ ਘੁੰਗਣੀਆਂ ਕਿਹਾ ਜਾਂਦਾ ਸੀ। ਮਾਤਾ ਨੇ ਆਖਿਆ ਪਿਤਾ ਕਮਾਉਣ ਵਾਲਾ ਨਹੀਂ ਰਿਹਾ, ਹੁਣ ਤੋਂ ਹੀ ਬੱਚੇ ਨੂੰ ਸੁਭਾਅ ਪੈ ਜਾਵੇ ਮਿਹਨਤ ਕਰਨ ਦਾ, ਕੰਮ ਕਰਨ ਦਾ, ਦੋ ਪੈਸੇ ਗੁਜ਼ਾਰੇ ਜੋਗੇ ਕਮਾ ਲਿਆਵੇ। ਘੁੰਗਣੀਆਂ ਦਾ ਛਾਬਾ ਭਰ ਕੇ ਮਾਤਾ ਜੀ ਨੇ, ਮਾਤਾ ਦਇਆ ਜੀ ਨੇ ਤੋਰਨਾ, ਉਹ ਵੇਚੇ ਆਉਣਾ। ਸੁਭਾਅ ਬਹੁਤ ਚੰਗਾ ਸੀ, ਬਚਪਨੇ ਤੋਂ ਹੀ ਵਧੀਆ ਸੁਭਾਅ। ਆਵਾਜ਼ ਏਡੀ ਮਿੱਠੀ ਆਵਾਜ਼ ਉਹਨਾਂ ਦੀ, ਐਸਾ ਪਿਆਰ ਦੇ ਨਾਲ ਉਹ ਹੋਕਾ ਦਿੰਦੇ ਸੀ, ਪਿਆਰ ਨਾਲ ਹੋਕਾ ਦਿੰਦੇ। ਹੈ ਭਾਵੇਂ ਗਰੀਬੀ ਦੇ ਵਿੱਚ ਨੇ, ਪਰ ਉਹਨਾਂ ਦੇ ਅੰਦਰ ਗੁਣ ਬਹੁਤ ਵੱਡੇ ਵੱਡੇ ਨੇ, ਮਹਾਨ ਗੁਣ ਨੇ। ਮੋਟੇ ਨੈਣ ਨਕਸ਼ਾਂ ਦੇ ਸੱਤ ਤੇ ਬਲਵੰਡ ਜੀ ਨੇ ਰਾਮਕਲੀ ਰਾਗ ਦੇ ਵਿੱਚ ਜ਼ਿਕਰ ਕੀਤਾ ਹੈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਜਿਨ ਸਿਰਿਆ, ਜਿਹਨੇ ਸਿਰਜਿਆ, ਪੈਦਾ ਕੀਤਾ, ਉਹਨੇ ਕਹਿੰਦੇ ਇਦਾਂ ਸਵਾਰ ਕੇ, ਸ਼ਿੰਗਾਰ ਕੇ ਗੁਣਾਂ ਦੇ ਨਾਲ ਇਦਾਂ ਪੈਦਾ ਕੀਤਾ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਮਨੋ ਸਿਰਜਣਹਾਰ ਨਹੀਂ ਘੜ ਕੇ ਧਾਰ ਕੇ ਪੈਦਾ ਕਰਕੇ ਜਿਵੇਂ ਭੇਜੇ ਹੋਣ। ਇੰਨਾ ਚੰਗਾ ਵਧੀਆ ਸੁਭਾਅ। ਉਹ ਜਿਹੜੇ ਪੈਸੇ ਬਚਤ ਹੋਣੀ, ਜਾ ਕੇ ਮਾਤਾ ਦਇਆ ਜੀ ਨੂੰ ਉਹ ਫੜਾ ਦੇਣੇ, ਸਾਰੀ ਬਚਤ ਮਾਤਾ ਜੀ ਨੂੰ ਜਾ ਕੇ ਦੇ ਦੇਣੀ। ਅਗਲੇ ਦਿਨ ਫੇਰ ਮਾਤਾ ਜੀ ਨੇ ਇਦਾਂ ਹੀ ਉਹ ਘੁੰਗਣੀਆਂ ਛੋਲੇ ਉਬਾਲ ਕੇ, ਚੰਗੇਰ ਭਰ ਕੇ, ਛਾਬਾ ਭਰ ਕੇ ਦੇ ਦੇਣਾ, ਫਿਰ ਵੇਚਣਾ। ਤੇ ਜਿਹੜਾ ਵੀ ਦੇਖਦਾ, ਹੋਕਾ ਸੁਣਦਾ, ਬਦੋ ਬਦੀ ਦਿਲ ਕਰਦਾ ਸਾਰਿਆਂ ਦਾ ਵੀ ਅਸੀਂ ਵੀ ਇਹ ਤੋਂ ਕੁਝ ਲਈਏ। ਕਿਉਂਕਿ ਜਦੋਂ ਨਿੱਕੇ ਬੱਚੇ ਨਾ ਕਿਤੇ ਇਦਾਂ ਕੁਝ ਵੇਚਦੇ ਹੁੰਦੇ ਨੇ, ਆ ਨੈਟ ਤੇ ਆਪਾਂ ਦੇਖਦੇ ਰਹਿੰਦੇ ਆ, ਨਿੱਕੇ ਨਿੱਕੇ ਬੱਚਿਆਂ ਨੂੰ ਫਿਰ ਲੋਕੀ ਹੱਥਾਂ ਤੇ ਚੁੱਕ ਲੈਂਦੇ ਨੇ ਵੀ ਚੰਗੇ ਲੱਗਦੇ ਨੇ, ਵਧੀਆ ਲੱਗਦੇ ਨੇ, ਕੋਈ ਕਮਾਉਣ ਵਾਲਾ ਨਹੀਂ ਵੱਡਾ। ਏਦਾਂ ਹੀ ਸੀ ਗੁਰੂ ਰਾਮਦਾਸ ਜੀ, ਭਾਈ ਜੇਠਾ ਜੀ। ਬਚਪਨੇ ਦੇ ਵਿੱਚ ਹੀ ਮਾਤਾ ਨੇ ਉਹਨਾਂ ਨੂੰ ਮਿਹਨਤ ਕਰਨ ਦਾ, ਕੰਮ ਕਰਨ ਦਾ ਸੁਭਾਅ ਬਣਾ ਦਿੱਤਾ। ਅਜੇ 8-10 ਸਾਲਾਂ ਦੇ ਹੋਏ ਸਨ ਕਹਿੰਦੇ, ਫਿਰ ਮਾਤਾ ਜੀ ਦੀ ਵੀ ਡੈਥ ਹੋ ਗਈ। ਪਿਤਾ ਜੀ ਦੀ ਪਹਿਲਾਂ ਹੀ ਡੈਥ ਹੋ ਗਈ ਸੀ ਤੇ ਮਾਤਾ ਵੀ ਚੱਲ ਵਸੇ। ਫਿਰ ਨਾਨਕਾ ਪਿੰਡ ਸੀ ਇਹਨਾਂ ਦਾ ਬਾਸਰ ਕੇ। ਨਾਨੀ ਆਪਣੇ ਘਰ ਲੈ ਆਈ ਭਾਈ ਜੇਠਾ ਜੀ ਨੂੰ, ਬਾਸਰ ਕੇ ਪਿੰਡ। ਇਦਾਂ ਹੀ ਫਿਰ ਨਾਨੀ ਨੇ ਵੀ ਬਈ ਬੱਚਾ ਚਲੋ ਕਮਾਵੇ, ਕੁਝ ਆਪਣਾ ਸਿੱਖੇ, ਮਿਹਨਤ ਕਰਨੀ। ਇਦਾਂ ਹੀ ਘੁੰਗੜੀਆਂ ਬਣਾ ਕੇ ਫਿਰ ਉਹ ਚਗੇਰ ਭਰ ਕੇ, ਬੋਟੀ ਭਰ ਕੇ ਤੋਰ ਦੇਣੀ ਤੇ ਸਾਰੀ ਬਚਤ ਕਰਕੇ ਉਹ ਨਾਨੀ ਨੂੰ ਫੜਾ ਦੇਣੇ ਪੈਸੇ। ਇਦਾਂ ਕਰਦਿਆਂ ਕਰਦਿਆਂ ਇੱਕ ਵਾਰੀ ਕਹਿੰਦੇ ਲਾਹੌਰ ਦੇ ਵਿੱਚ ਹੀ ਸਨ ਜੇ, ਮਾਤਾ ਜੀ ਜਿਉਂਦੇ ਸਨ ਜੇ, ਮਾਤਾ ਦਇਆ ਕੌਰ ਜੀ। ਇੱਕ ਦਿਨ ਕੋਈ ਫਕੀਰ, ਕੋਈ ਇਹਨਾਂ ਨੂੰ ਘੁੰਗਣੀਆਂ ਵੇਚਦਿਆਂ ਵੇਖ ਕੇ ਉਹਨਾਂ ਦੇ ਕੋਲ ਆ ਗਿਆ। ਕਹਿੰਦਾ ਵੀ ਕਾਕਾ ਮੈਨੂੰ ਭੁੱਖ ਲੱਗੀ ਹੈ, ਮੈਨੂੰ ਛਕਣ ਵਾਸਤੇ ਦਿਓ। ਐਂ ਦੋਨੇ ਹੱਥਾਂ ਨਾਲ ਬੁੱਕ ਭਰ ਕੇ ਬੋਟੀ ਦੇ ਵਿੱਚੋਂ, ਚੰਗੇਰ ਦੇ ਵਿੱਚੋਂ ਉਹਦੀ ਝੋਲੀ ਦੇ ਵਿੱਚ ਫਕੀਰ ਦੇ ਪਾ ਦਿੱਤਾ। ਉਹ ਛਕ ਗਏ। ਕਹਿੰਦੇ ਹੋਰ ਦਿਓ, ਭੁੱਖ ਬਹੁਤ ਲੱਗੀ ਹੈ। ਦੂਜਾ ਬੁੱਕ ਭਰ ਕੇ ਪਾ ਦਿੱਤਾ, ਉਹ ਵੀ ਛਕ ਗਿਆ ਫਕੀਰ। ਕਹਿੰਦਾ ਹੋਰ ਦਿਓ।
ਇੱਕ ਇੱਕ ਬੁੱਕ ਕਰਕੇ ਉਹ ਜਿੰਨੇ ਕੁ ਸੀ ਉਵਾਲੇ ਹੋਏ ਛੋਲੇ ਉਹ ਛਕ ਗਏ। ਜਦੋਂ ਥੋੜੇ ਜਿਹੇ ਬੱਚੇ ਉਹ ਛਾਬਾ ਸਾਰਾ ਹੀ ਫਕੀਰ ਦੀ ਝੋਲੀ ਦੇ ਵਿੱਚ ਉਲਟਾ ਦਿੱਤਾ। ਇੰਨਾ ਦਿਲ ਦੇ ਅਮੀਰ ਦੇਖ ਕੇ ਹੁਣ ਇੱਕ ਬੱਚਾ ਬੋਟੀ ਦੇ ਵਿੱਚ ਥੋੜੀ ਜੀਆਂ ਘੁੰਗਣੀਆਂ ਲੈ ਕੇ ਆਇਆ ਵੇਚਣ, ਉਹਦੇ ਨਾਲ ਗੁਜ਼ਾਰਾ ਕਰਨਾ ਤੇ ਫਕੀਰ ਨੇ ਵੀ ਫਿਰ ਥੋੜੇ ਥੋੜੇ ਕਰਕੇ ਛਕ ਲਏ। ਫਕੀਰ ਨੇ ਵੇਖਿਆ ਵੀ ਬੱਚਾ ਉਮਰ ਦਾ ਭਾਵੇਂ ਨਿੱਕਾ ਹੈ ਪਰ ਦਿਲ ਦਾ ਕਿੱਡਾ ਅਮੀਰ ਹੈ। ਹੁਣ ਹੈ ਕਿਸੇ ਗਰੀਬ ਮਾਂ ਪਿਓ ਦਾ ਪਰ ਦਿਲ ਕਿੰਨਾ ਅਮੀਰ ਹੈ ਇਸ ਦਾ। ਮੱਥੇ ਵੱਟ ਨਹੀਂ ਪਾਇਆ, ਕਿਉਂਕਿ ਕਈ ਬੰਦੇ ਬਾਹਰੋਂ ਅਮੀਰ ਹੁੰਦੇ ਨੇ, ਦਿਲ ਦੇ ਗਰੀਬ ਹੁੰਦੇ ਨੇ। ਕਈ ਬੰਦੇ ਬਾਹਰੋਂ ਗਰੀਬ ਹੁੰਦੇ ਨੇ ਪਰ ਦਿਲ ਦੇ ਅਮੀਰ ਹੁੰਦੇ ਨੇ। ਇਹ ਜ਼ਰੂਰੀ ਨਹੀਂ ਵੀ ਜਿਹੜਾ ਬੰਦਾ ਬਾਹਰੋਂ ਅਮੀਰ ਹੈ ਉਹਦਾ ਦਿਲ ਵੀ ਅਮੀਰ ਹੋਵੇ, ਇਹ ਜ਼ਰੂਰੀ ਨਹੀਂ ਹੁੰਦਾ। ਇਦਾਂ ਦੇ ਅਮੀਰ ਬਹੁਤ ਨੇ ਦੁਨੀਆ ਦੇ ਵਿੱਚ, ਜਿਹੜੇ ਪੈਸੇ ਕਰਕੇ, ਧਨ ਕਰਕੇ, ਜਾਇਦਾਦ ਕਰਕੇ ਅਮੀਰ ਨੇ ਪਰ ਦਿਲ ਦੇ ਗਰੀਬ ਨੇ। ਕਿਸੇ ਨੂੰ ਆਨਾ ਦੇ ਨਹੀਂ ਸਕਦੇ, ਕਿਸੇ ਨੂੰ ਦੇ ਕੇ ਰਾਜੀ ਨਹੀਂ। ਪਰ ਇਦਾਂ ਦੇ ਬਹੁਤ ਨੇ ਜਿਨ੍ਹਾਂ ਦੇ ਕੋਲੇ ਹੈ ਘੱਟ ਦੇਣ ਨੂੰ, ਉਹਦੇ ਵਿੱਚੋਂ ਵੀ ਉਹ ਜਦੋਂ ਕੋਈ ਇਦਾਂ ਲੋੜਵੰਦ ਮੰਗ ਲੈਂਦਾ ਹੈ ਨਾ, ਫਿਰ ਦਿਲ ਖੋਲ ਕੇ ਦੇ ਦਿੰਦੇ ਨੇ। ਜਿੰਨਾ ਕੁ ਆਪਣੇ ਕੋਲ ਹੁੰਦਾ ਦੇ ਦਿੰਦੇ ਨੇ। ਯਾਨੀ ਦਿਲ ਦੇ ਅਮੀਰ, ਪੈਸੇ ਦੇ ਅਮੀਰ ਬਹੁਤ ਨੇ ਦੁਨੀਆ ਵਿੱਚ, ਪਰ ਦਿਲ ਦਾ ਅਮੀਰ ਹੋਵੇ ਇਹ ਬਹੁਤ ਘੱਟ ਬੰਦੇ ਹੁੰਦੇ ਨੇ। ਕਈ ਤਾਂ ਹੁੰਦਿਆਂ ਸੋ ਹੁੰਦਿਆਂ ਵੀ ਕੰਜੂਸੀ ਕਰਦੇ ਨੇ, ਹੁੰਦਿਆਂ ਸੋ ਹੁੰਦਿਆਂ ਵੀ ਮਰਦੇ ਨੇ। ਉਹਨੂੰ ਕਿਰਪਨ ਕਿਹਾ ਗੁਰਬਾਣੀ ਦੇ ਵਿੱਚ, ਕਿਰਪਨ। ਕੰਜੂਸ ਆਪਾਂ ਕਹਿ ਦਿੰਨੇ ਆ, ਰੋਵੈ ਕਿਰਪਨ ਸੰਚਹਿ ਧਨ ਜਾਏ। ਤੇ ਦਿਲ ਦੇ ਜਿਹੜੇ ਅਮੀਰ ਹੁੰਦੇ ਨੇ, ਦਿਲ ਦੇ ਅਮੀਰ ਬੰਦਾ ਤਾਂ ਜੇ ਕਿਸੇ ਨੂੰ ਕੁਝ ਦੇ ਵੀ ਦੇਵੇ ਨਾ, ਉਹਦਾ ਫਿਰ ਦਿਲ ਘਟਦਾ ਰਹਿੰਦਾ ਵੀ ਇੰਨੇ ਦੇ ਦੇ। ਪਰ ਅਮੀਰ ਜਿਹੜਾ ਦਿਲ ਦਾ ਅਮੀਰ ਹੁੰਦਾ ਹੈ, ਉਹ ਦੇ ਵੀ ਦੇਵੇ ਉਹ ਫਿਰ ਵੀ ਖੁਸ਼ ਹੁੰਦਾ ਹੈ, ਉਹਦੇ ਅੰਦਰ ਪਛਤਾਵਾ ਨਹੀਂ ਹੁੰਦਾ। ਜਿਹੜਾ ਬੰਦਾ ਦਿਲ ਦਾ ਅਮੀਰ ਹੁੰਦਾ ਕਿਸੇ ਨੂੰ ਦੇ ਕੇ ਵੀ ਕਿਣਕਾ। ਪਰ ਜਿਹੜੇ ਬਾਹਰੋਂ ਅਮੀਰ ਹੁੰਦੇ ਨੇ ਉਹ ਉਨੇ ਹੀ ਜ਼ਿਆਦਾ ਦਿਲ ਦੇ ਗਰੀਬ ਹੁੰਦੇ ਨੇ। ਕਿਸੇ ਲੋੜਵੰਦ ਦੀ ਲੋੜ ਪੂਰੀ ਨਹੀਂ ਕਰ ਸਕਦੇ ਹੁੰਦੇ। ਫਕੀਰ ਨੇ ਦੇਖਿਆ ਵੀ ਹੈ ਬੱਚਾ, ਕਿਉਂਕਿ ਜਿੱਡਾ ਕੁ ਕੰਮ ਕਰਦਾ ਹੁੰਦਾ ਉਹ ਤੋਂ ਗਰੀਬੀ ਅਮੀਰੀ ਦਾ ਹਿਸਾਬ ਲੱਗ ਸਕਦਾ ਹੁੰਦਾ। ਹੁਣ ਅਮੀਰਾਂ ਦੇ ਬੱਚੇ, ਅਮੀਰਾਂ ਨੇ ਥੋੜੀ ਏਦਾਂ ਘੁੰਗੜੀਆਂ ਵੇਚਣੀਆਂ ਨੇ, ਉਹ ਤਾਂ ਫਿਰ ਵੱਡੇ ਬਿਜ਼ਨਸ ਕਰਦੇ ਨੇ ਅਮੀਰ ਦਾ। ਅਨੁਮਾਨ ਤਾਂ ਲਾ ਲਿਆ ਵੀ ਹੈ ਤਾਂ ਕਿਸੇ ਗਰੀਬ ਪਰਿਵਾਰ ਦਾ ਹੀ ਹੈ, ਪਰ ਦਿਲ ਦਾ ਬੜਾ ਅਮੀਰ ਹੈ। ਦਿਲ ਦਾ ਬਹੁਤ ਅਮੀਰ ਦੇਖਿਆ ਬੱਚਾ। ਔਰ ਉਸ ਫਕੀਰ ਵੀ ਨਾ ਪਰਤਿਆ ਕੇ ਵੀ ਹੋਰ ਅਜੇ ਮੈਂ ਰੱਜਿਆ ਨਹੀਂ, ਅਜੇ ਮੈਂ ਤ੍ਰਿਪਤ ਨਹੀਂ ਹੋਇਆ, ਰੋਟੀ ਖਾਧੀ ਨੂੰ ਕਈ ਦਿਨ ਹੋ ਗਏ। ਐ ਖਿੜੇ ਮੱਥੇ ਬੁੱਕ ਭਰ ਕੇ ਉਹਦੀ ਝੋਲੀ ਦੇ ਵਿੱਚ ਪਾਉਂਦੇ ਰਹੇ, ਮੱਥੇ ਵੱਟ ਨਹੀਂ ਪਾਇਆ। ਇਦਾਂ ਖੁਸ਼ ਵੇਖ ਕੇ ਹੁਣ ਕੁਦਰਤ ਹੀ ਹੈ, ਉਹਦੇ ਫਕੀਰ ਦੇ ਦਿਲ ਦੇ ਵਿੱਚੋਂ ਅਸੀਸਾਂ ਨਿਕਲਦੀਆਂ ਨੇ, ਅਸੀਸਾਂ ਨਿਕਲਦੀਆਂ ਨੇ। ਕਹਿੰਦਾ ਕਾਕਾ ਜਿਵੇਂ ਤੂੰ ਮੈਨੂੰ ਰਜਾਇਆ ਭਗਵਾਨ ਤੈਨੂੰ ਰਜਾਵੇ, ਜਿਵੇਂ ਤੂੰ ਮੈਨੂੰ ਤ੍ਰਿਪਤ ਕੀਤਾ ਪਰਮੇਸ਼ਰ ਤੈਨੂੰ ਇਦਾਂ ਹੀ ਤ੍ਰਿਪਤ ਕਰੇ। ਜਿਵੇਂ ਤੂੰ ਮੇਰੀ ਝੋਲੀ ਭਰੀ ਪਰਮੇਸ਼ਰ ਤੇਰੀਆਂ ਝੋਲੀਆਂ ਭਰੇ, ਪਰਮੇਸ਼ਰ ਤੈਨੂੰ ਖੁਸ਼ ਰੱਖੇ। ਜਿਹੜੀ ਅਸੀਸਾਂ ਦਿੰਦਾ ਹੈ, ਏਦਾਂ ਅਸੀਸਾਂ ਦਿੰਦਾ ਹੈ। ਇਹ ਜਿਹੜੀਆਂ ਅਸੀਸਾਂ ਹੁੰਦੀਆਂ ਨੇ, ਇੱਕ ਅਸੀਸਾਂ ਹੁੰਦੀਆਂ ਨੇ ਤੇ ਇੱਕ ਬਦ ਅਸੀਸਾਂ ਹੁੰਦੀਆਂ ਨੇ। ਕਿਸੇ ਨੂੰ ਦੁਖੀ ਕਰਨਾ, ਨਾਰਾਜ਼ ਕਰਨਾ, ਉਹਦੇ ਅੰਦਰੋਂ ਫਿਰ ਨਾਰਾਜ਼ ਹੋਏ ਦਿਓ, ਦੁਖੀ ਹੋਏ ਬੰਦੇ ਦੇ ਅੰਦਰੋਂ ਬਦ ਅਸੀਸਾਂ ਨਿਕਲਦੀਆਂ ਹੁੰਦੀਆਂ ਨੇ।
खुश होए बंदे दे अंदरों असीसां निकलदियां हुंदियां ने। इदां दियां असीसां फकीर ने ਉਹਦੇ ਦਿਲੋਂ ਨਿਕਲੀਆਂ। ਕਈ ਹਿਰਦੇ ਹੁੰਦੇ ਨੇ ਰੱਬ ਦੇ ਨਾਲ, ਵਾਹਿਗੁਰੂ ਦੇ ਨਾਲ ਜੁੜੇ ਹੋਏ। ਹਰ ਹਰ ਜਨ ਦੋਈ ਏਕ ਹੈ, ਹਰ ਕਾ ਸੇਵਕ ਸੋ ਹਰ ਜੀਹਾ, ਭੇਦ ਨ ਜਾਣੋ ਮਾਨਸ ਦੇਹਾ। ਗੁਣ ਵੀ ਇੰਨੇ ਚੰਗੇ ਨੇ ਤੇ ਅਸੀਸਾਂ ਦੇਣ ਵਾਲੇ ਨੇ ਵੀ ਬੜੀਆਂ ਅਸੀਸਾਂ ਦਿੱਤੀਆਂ। ਖੁਸ਼ ਰਹੇ ਵਾਹਿਗੁਰੂ ਤੇਰੀਆਂ ਝੋਲੀਆਂ ਭਰੇ, ਤੂੰ ਮੈਨੂੰ ਰਜਾਇਆ ਭਗਵਾਨ ਤੈਨੂੰ ਰਜਾਵੇ। ਇੰਨੀਆਂ ਅਸੀਸਾਂ ਲੈ ਕੇ ਜਦੋਂ ਘਰ ਅੱਪੜਦੇ ਨੇ, ਮਾਤਾ ਜੀ ਪੁੱਛਦੇ ਨੇ ਕਿੰਨੀ ਕੁ ਬਚਤ, ਕਿੰਨੇ ਕੁ ਪੈਸੇ ਲੈ ਕੇ ਆਏ ਹੋ ਅੱਜ, ਕਿਉਂਕਿ ਛਾਬਾ ਖਾਲੀ ਹੈ, ਚੰਗੇਰ ਖਾਲੀ ਹੈ। ਕਹਿੰਦੇ ਫਕੀਰ ਮਿਲ ਗਿਆ ਸੀ ਇੱਕ, ਉਹਨੇ ਛਕ ਲਈਆਂ ਅੱਜ ਸਾਰੀਆਂ। ਅਸਾਂ ਬਹੁਤ ਦਿੱਤੀਆਂ ਬਈ ਪਹਿਲਾਂ ਇੱਕ ਉਂਜਲ ਦਿਓ, ਫਿਰ ਹੋਰ ਇਦਾਂ ਹੋਰ ਮੰਗਦਾ ਰਿਹਾ ਤੇ ਮੈਂ ਉਹਦੀ ਝੋਲੀ ਦੇ ਵਿੱਚ ਪਾਉਂਦਾ ਰਿਹਾ। ਮਾਤਾ ਦਇਆ ਜੀ ਕਹਿੰਦੇ ਪੁੱਤਰ ਠੀਕ ਹੈ, ਪਰ ਇਦਾਂ ਥੋੜੀ ਸਾਰੀਆਂ ਦੇ ਦਿੰਦੀਆਂ ਨੇ, ਆਪਾਂ ਨੇ ਘਰ ਦਾ ਗੁਜ਼ਾਰਾ ਵੀ ਤਾਂ ਚਲਾਉਣਾ ਹੈ। ਇਦਾਂ ਦੇ ਰੱਜੀ ਰੂਹ ਵਾਲੇ ਸਨ ਬਚਪਨੇ ਦੇ ਵਿੱਚ ਹੀ, ਰੱਜੀ ਰੂਹ ਵਾਲੇ ਭਾਈ ਜੇਠਾ ਜੀ। ਫਿਰ ਸਾਧ ਸੰਗਤ ਜੀ ਜਦੋਂ ਮਾਤਾ ਜੀ ਦੀ ਡੈਥ ਹੋ ਜਾਂਦੀ ਹੈ, ਫਿਰ ਨਾਨੀ ਨਾਨਕੇ ਬਾਸਰ ਕੇ ਪਿੰਡ ਲੈ ਆਉਂਦੇ ਨੇ। ਇੱਥੇ ਵੀ ਫਿਰ ਉਹਨਾਂ ਨੇ ਇਦਾਂ ਹੀ ਘੁੰਗਣੀਆਂ ਉਹਨਾਂ ਨੂੰ ਦੇ ਦੇਣੀਆਂ। ਬਾਹਰ ਅੱਡੇ ਤੇ ਉਹਨਾਂ ਨੇ ਫਿਰ ਇਦਾਂ ਹੀ ਫਿਰ ਤੁਰ ਕੇ ਨਗਰ ਦੇ ਵਿੱਚ, ਪਿੰਡ ਦੇ ਵਿੱਚ ਉਹ ਵੇਚ ਆਉਣੀਆਂ। ਤੇ ਬਾਸਰ ਕੇ ਪਿੰਡ ਦੇ ਵਿੱਚੋਂ ਗੁਰੂ ਅਮਰਦਾਸ ਜੀ ਦਾ ਜਨਮ ਨਗਰ ਸੀ ਬਾਸਰ ਕੇ। ਬਾਸਰ ਕੇ ਪਿੰਡ ਗੁਰੂ ਅਮਰਦਾਸ ਜੀ ਅਜੇ ਗੁਰੂ ਨਹੀਂ ਸਨ ਬਣੇ, ਗੁਰੂ ਅੰਗਦ ਜੀ ਉਸ ਵਕਤ ਮੌਜੂਦ ਸਨ। ਤੇ ਬਾਬਾ ਅਮਰਦਾਸ ਜੀ ਖਡੂਰ ਗੁਰੂ ਅੰਗਦ ਜੀਆਂ ਦੇ ਕੋਲ ਸੇਵਾ ਕਰਦੇ ਸਨ। ਗੁਰੂ ਅੰਗਦ ਸਾਹਿਬ ਜੀਆਂ ਦੇ ਕੋਲ ਗੋਂਦਾ ਆਇਆ ਸੀ ਕਿ ਪਿੰਡ ਵਸਾਉਣੇ ਵਿਆਸ ਦਰਿਆ ਦੇ ਕਿਨਾਰੇ। ਗੁਰੂ ਅੰਗਦ ਸਾਹਿਬ ਜੀਆਂ ਨੇ ਬਾਬੇ ਅਮਰਦਾਸ ਨੂੰ ਘੱਲਿਆ ਵੀ ਤੁਸੀਂ ਜਾਓ। ਬਾਬੇ ਅਮਰਦਾਸ ਨੇ ਨਗਰ ਵਸਾਇਆ, ਜਿਹਨੂੰ ਅੱਜ ਆਪਾਂ ਗੋਇੰਦਵਾਲ ਸਾਹਿਬ ਕਹਿੰਦੇ ਆ। ਉਸ ਗੋਂਦੇ ਖੱਤਰੀ ਦੇ ਨਾਮ ਤੇ ਉਹਨੇ ਆਪਣੀ ਜ਼ਮੀਨ ਦਿੱਤੀ ਸੀ, ਜਗ੍ਹਾ ਦਿੱਤੀ ਸੀ। ਤੇ ਨਗਰ ਦੇ ਬਹੁਤ ਸਾਰੇ ਜਿਹੜੇ ਬਾਬੇ ਅਮਰਦਾਸ ਜੀ ਦੇ ਨਾਲ ਪਿਆਰ ਕਰਨ ਵਾਲੇ ਸਨ, ਉਹ ਗੋਇੰਦਵਾਲ ਸਾਹਿਬ ਦੇ ਵਿੱਚ ਰਹਿਣ ਲੱਗ ਪਏ ਸੀ ਆ ਕੇ। ਬਾਬਾ ਅਮਰਦਾਸ ਜੀ ਨੇ ਵੀ ਆਪਣੇ ਪਰਿਵਾਰ ਨੂੰ ਗੋਇੰਦਵਾਲ ਸਾਹਿਬ ਬੁਲਾ ਲਿਆ ਸੀ, ਕਿਉਂਕਿ ਨਗਰ ਵਸਾਉਣਾ ਉਹਨਾਂ ਸਮਿਆਂ 'ਚ ਵੱਡਾ ਪੁੰਨ ਦਾ ਚੰਗਾ ਕੰਮ ਸਮਝਿਆ ਜਾਂਦਾ ਸੀ। ਪਿੰਡ ਦੇ ਬਹੁਤ ਸਾਰੇ ਪ੍ਰੇਮੀ ਇਕੱਠੇ ਹੋ ਕੇ, ਗੁਰਸਿੱਖ ਇਕੱਠੇ ਹੋ ਕੇ ਕਹਿੰਦੇ ਗੁਰੂ ਅੰਗਦ ਜੀਆਂ ਦੇ ਦਰਸ਼ਨ ਕਰਕੇ ਆਵਾਂਗੇ ਤੇ ਨਾਲੇ ਆਪਣੇ ਨਗਰ ਦੇ ਬਾਬਾ ਅਮਰਦਾਸ ਜੀ ਉਹਨਾਂ ਦੇ ਕੋਲ ਸੇਵਾ ਕਰਦੇ ਨੇ। ਗੁਰੂ ਅੰਗਦ ਜੀਆਂ ਨੇ ਉਹਨਾਂ ਨੂੰ ਹੁਕਮ ਕਰਕੇ ਗੋਇੰਦਵਾਲ ਸਾਹਿਬ ਵਸਾਇਆ, ਉੱਥੇ ਸੇਵਾ ਕਰਕੇ ਆਵਾਂਗੇ। ਉਹਨਾਂ ਸੰਗਤਾਂ ਦੇ ਨਾਲ ਭਾਈ ਜੇਠਾ ਜੀ ਦੀ ਉਮਰ ਉਦੋਂ 12 ਸਾਲ ਦੀ ਸੀ। 1534 ਦੇ ਵਿੱਚ ਜਨਮ ਹੋਇਆ ਸੀ। 1546 ਦੇ ਵਿੱਚ ਫਿਰ ਗੋਇੰਦਵਾਲ ਸਾਹਿਬ ਆਉਂਦੇ ਨੇ ਸੰਗਤ ਦੇ ਨਾਲ। 1552 ਦੇ ਵਿੱਚ ਬਾਬੇ ਅਮਰਦਾਸ ਨੂੰ ਗੁਰਿਆਈ ਮਿਲੀ ਸੀ। ਅਜੇ ਗੁਰਿਆਈ ਤੇ ਗੁਰੂ ਅੰਗਦ ਸਾਹਿਬ ਹੀ ਸਨ, ਪਰ ਦਰਸ਼ਨ ਕਰਨ ਦੇ ਲਈ ਬਾਬਾ ਅਮਰਦਾਸ ਜੀਆਂ ਦੇ ਕੋਲ ਸੇਵਾ ਕਰਨ ਦੇ ਲਈ ਨਗਰ ਦੀਆਂ ਸੰਗਤਾਂ ਆਈਆਂ। ਕਿ ਉਹਨਾਂ ਸੰਗਤਾਂ ਦੇ ਨਾਲ ਨਾਨੀ ਨੇ ਆਖਿਆ ਵੀ ਜਾ ਆਓ ਤੁਸੀਂ, ਨਾਲੇ ਉੱਥੇ ਸੰਗਤ ਵਾਹਵਾ ਹੁੰਦੀ ਹੈ
ਤੇ ਤੁਹਾਡਾ ਆ ਜਿਹੜਾ ਤੈਨੂੰ ਸਿਖਾ ਦਿੱਤੀਆਂ ਘੁੰਗਣੀਆਂ ਬਣਾਉਣੀਆਂ, ਛੋਲੇ ਮੁੱਲ ਲੈ ਕੇ ਇਦਾਂ ਬਣਾ ਕੇ ਤੁਸੀਂ ਆਪਣਾ ਕੰਮ ਕਰਦੇ ਰਹੇ ਹੋ। ਫਿਰ ਗੋਇੰਦਵਾਲ ਦੇ ਵਿੱਚ ਆ ਕੇ ਭਾਈ ਜੇਠਾ ਜੀ ਆਪਣਾ ਘੁੰਗਣੀਆਂ ਵੀ ਵੇਚਦੇ ਨੇ, ਸਵੇਰੇ ਸ਼ਾਮ ਲੰਗਰ ਦੇ ਵਿੱਚ ਸੇਵਾ ਵੀ ਕਰਦੇ ਨੇ। ਜਦੋਂ ਟਾਈਮ ਤੇ ਜਾਂਦੇ ਨੇ 2-4 ਘੰਟੇ ਘੁੰਗਣੀਆਂ ਵੇਚਣ ਦਾ ਸਮਾਂ ਜਿਵੇਂ ਹੁੰਦਾ ਟਾਈਮ, ਉਹ ਵੇਚ ਆਉਂਦੇ ਨੇ। ਫਿਰ ਬਾਕੀ ਦਾ ਸਮਾਂ ਲੰਗਰ ਦੇ ਵਿੱਚ ਸੇਵਾ, ਗੋਇੰਦਵਾਲ ਸਾਹਿਬ ਦੇ ਵਿੱਚ ਜਿੱਥੇ ਵੀ ਮਿਲਦੀ ਹੈ ਸੇਵਾ, ਕਿਉਂਕਿ ਸੇਵਾ ਦਾ ਚਾਅ ਜਿਹਦੇ ਮਨ ਵਿੱਚ ਪੈਦਾ ਹੋ ਜਾਵੇ, ਸੇਵਾ ਕਰਨ ਦਾ ਸ਼ੌਕ ਜਿਨ੍ਹਾਂ ਨੂੰ ਲੱਗ ਜਾਵੇ, ਸੇਵਾ ਕਰਨ ਦਾ ਚਾਅ ਜਿਨ੍ਹਾਂ ਨੂੰ ਲੱਗ ਜਾਵੇ, ਪਰ ਇਹ ਚਾਅ ਲੱਗਦਾ ਕਰਮਾਂ ਵਾਲਿਆਂ ਨੂੰ ਹੈ, ਕਿਸਮਤ ਵਾਲਿਆਂ ਨੂੰ ਹੈ, ਭਾਗਾਂ ਵਾਲਿਆਂ ਨੂੰ ਹੈ। ਫਿਰ ਉਹ ਤਾਂ ਜਿੱਥੇ ਵੀ ਸੇਵਾ ਮਿਲਦੀ ਹੈ, ਜਿੱਦਾਂ ਦੀ ਵੀ ਸੇਵਾ ਮਿਲਦੀ ਹੈ, ਉਦਾਂ ਦੀ ਇਹ ਸੇਵਾ ਕਰ ਛੱਡਦੇ ਨੇ। ਸੇਵ ਕੀਤੀ ਸੰਤੋਖ ਹੀ, ਜਿਨੀ ਸੱਚੋ ਸੱਚ ਧਿਆਇਆ, ਉਨੀ ਮੰਦਾ ਪੈਰ ਨਾ ਰੱਖਿਓ, ਕਰ ਸੁਕਿਰਤ ਧਰਮ ਕਮਾਇਆ। ਉਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਉਹ ਕੱਲਾ ਅੰਨ ਪਾਣੀਏ ਥੋੜੀ ਖਾਂਦੇ ਨੇ, ਜਿਵੇਂ ਆਪਾਂ ਤਾਂ ਅੰਨ ਪਾਣੀਏ ਖਾਂਦੇ ਆ। ਗੱਡੀ ਤੇਲ ਫੂਕਦੀ ਹੈ ਤੇ ਆਪਾਂ ਅੰਨ ਫੂਕਦੇ ਆ, ਆਪਾਂ ਮਨੁੱਖ ਅੰਨ ਫੂਕਦੇ ਆ ਤੇ ਗੱਡੀ ਤੇਲ ਫੂਕਦੀ ਹੈ। ਉਹ ਇਦਾਂ ਦੇ ਜਿਹੜੇ ਜਿਨ੍ਹਾਂ ਨੇ ਮਨ ਨੂੰ ਰੰਗ ਲੱਗ ਜਾਂਦਾ ਹੈ, ਸਤਿਗੁਰ ਦੀ ਸੰਗਤ ਜਿਨ੍ਹਾਂ ਨੂੰ ਮਿਲ ਜਾਂਦੀ ਹੈ, ਉਹ ਕੱਲਾ ਅੰਨ ਪਾਣੀਏ ਨਹੀਂ ਫੂਕਦੇ, ਉਹ ਤਾਂ ਸੁਕਿਰਤ ਕਰਦੇ ਨੇ, ਚੰਗੀ ਕਰਨੀ ਕਰਦੇ ਨੇ, ਚੰਗੀ ਕਮਾਈ ਕਰਦੇ ਨੇ। ਕਰ ਸੁਕਿਰਤ ਧਰਮ ਕਮਾਇਆ, ਉਨੀ ਦੁਨੀਆ ਤੋੜੇ ਬੰਧਨਾ। ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ, ਨਿਤ ਦੇਵੈ ਚੜ੍ਹੈ ਸਵਾਇਆ। ਵਾਹਿਗੁਰੂ ਪਰਮੇਸ਼ਰ ਸਤਿਗੁਰੂ ਤਾਂ ਹੋਰ ਬਖਸ਼ਿਸ਼ਾਂ ਕਰਦੇ ਨੇ। ਫਿਰ ਨਿਤ ਦੇਵੈ ਚੜ੍ਹੈ ਸਵਾਇਆ, ਨਿਤ ਦੁੱਗਣੀਆਂ ਬਖਸ਼ਿਸ਼ਾਂ ਕਰਦੇ ਨੇ, ਰਹਿਮਤਾਂ ਕਰਕੇ ਨਵਾਜਦੇ ਨੇ। ਫਿਰ ਵਡਿਆਈ ਵੱਡਾ ਪਾਇਆ, ਵੱਡੇ ਦੀਆਂ ਵਡਿਆਈਆਂ ਕਰ ਕਰਕੇ ਕਹਿੰਦੇ ਉਸ ਵੱਡੇ ਨੂੰ ਪਾ ਲਿਆ, ਪ੍ਰਾਪਤ ਕਰ ਲਿਆ। ਸੇਵਾ ਕਰਦੇ ਆ ਸਾਧ ਸੰਗਤ ਜੀ, ਆਪਣੀ ਮਿਹਨਤ ਕਰਦੇ ਆ, ਸੇਵਾ ਕਰਦੇ ਆ ਗੋਇੰਦਵਾਲ ਸਾਹਿਬ ਦੇ ਵਿੱਚ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਕਹਿੰਦੇ ਭਾਈ ਸਤਿਗੁਰੂ ਖੁਸ਼ ਹੋ ਜਾਵੇ, ਸੇਵਕ ਦੀ ਕੀਤੀ ਸੇਵਾ ਸਫਲੀ ਹੋ ਜਾਂਦੀ ਹੈ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਸਤਿਗੁਰੂ ਦਾ ਜਦੋਂ ਮਨ ਮੰਨ ਜਾਂਦਾ ਸੇਵਕ ਦੀ ਸੇਵਾ ਤੇ ਉਹਦੇ ਸਾਰੇ ਪਾਪਾਂ ਦਾ ਨਾਸ਼ ਸਤਿਗੁਰੂ ਕਰ ਦਿੰਦੇ ਨੇ। ਉਪਦੇਸ਼ ਜੋ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਜੋ ਸਤਿਗੁਰੂ ਉਪਦੇਸ਼ ਦਿੰਦੇ ਨੇ ਤੇ ਸਿੱਖ ਕੰਨ ਦੇ ਕੇ ਦਾ ਭਾਵ ਹੈ ਧਿਆਨ ਦੇ ਕੇ ਉਹ ਉਪਦੇਸ਼ ਨੂੰ ਸੁਣਦੇ ਨੇ। ਸੁਣ ਕੇ ਕੱਲਾ ਕੰਨ ਰਸ ਨਹੀਂ ਬਣਾਉਂਦੇ, ਉਹ ਸੁਣ ਕੇ ਮੰਨਦੇ ਨੇ। ਸੁਣਿਆ ਮੰਨਿਆ ਮਨ ਕੀਤਾ ਭਾਉ। ਅੰਤਰਗਤ ਤੀਰਥ ਮਲ ਨਹਾਓ। ਫਿਰ ਉਹ ਅੰਦਰਲੇ ਤੀਰਥ ਦੇ ਵਿੱਚ ਚੁੱਭੇ ਲਾ ਕੇ ਮਲ ਕੇ ਨਹਾਉਂਦੇ ਨੇ। ਫਿਰ ਮਲ ਕੇ ਚੁੱਭੇ ਲਾ ਕੇ ਇਸ਼ਨਾਨ ਕਰਦੇ ਨੇ। ਅੰਤਰਗਤ ਵਾਲੇ ਤੀਰਥ ਦੇ ਵਿੱਚ ਜਿਹੜੇ ਸੁਣਦੇ ਨੇ, ਮੰਨਦੇ ਨੇ, ਮੰਨ ਕੇ ਫਿਰ ਅਮਲ ਕਰਦੇ ਨੇ, ਤਜਰਬੇ ਵਿੱਚ ਜ਼ਿੰਦਗੀ ਵਿੱਚ ਅਪਣਾਉਂਦੇ ਨੇ। ਸੁਣ ਕੇ ਮੰਨਿਆ ਅਮਲ ਕੀਤਾ ਮਨ ਕੇ, ਉਹਨਾਂ ਦੇ ਬੇੜੇ ਪਾਰ ਹੋਣਗੇ। ਸੁਣ ਕੇ ਮੰਨਿਆ ਅਮਲ ਕੀਤਾ ਮਨ ਕੇ, ਉਹਨਾਂ ਦੇ ਬੇੜੇ ਪਾਰ ਹੋਣਗੇ। ਮੰਨਿਆ ਅਮਲ ਕੀਤਾ ਮਨ ਕੇ, ਉਹਨਾਂ ਦੇ ਬੇੜੇ ਪਾਰ ਹੋਣਗੇ।
ਮੰਨਿਆ ਅਮਲ ਕੀਤਾ ਮਨ ਕੇ ਉਹਨਾਂ ਦੇ ਬੇੜੇ ਪਾਰ ਹੋਣਗੇ ਮੰਨਿਆ ਅਮਲ ਕੀਤਾ ਮਨ ਕੇ ਉਹਨਾਂ ਦੇ ਬੇੜੇ ਪਾਰ ਹੋਣਗੇ ਕਿ ਮੰਨਿਆ ਅਮਲ ਕੀਤਾ ਮਨ ਕੇ ਉਹਨਾਂ ਦੇ ਬੇੜੇ ਪਾਰ ਹੋਣਗੇ ਸੁਣ ਕੇ ਮੰਨਿਆ ਅਮਲ ਕੀਤਾ ਮੰਨ ਕੇ ਅਮਲ ਕੀਤਾ ਮੰਨ ਕੇ ਉਹਨਾਂ ਦੇ ਬੇੜੇ ਪਾਰ ਹੋਣਗੇ ਸੁਣ ਕੇ ਮੰਨਿਆ ਅਮਲ ਕੀਤਾ ਮੰਨ ਕੇ ਉਹਨਾਂ ਦੇ ਬੇੜੇ ਪਾਰ ਹੋਣਗੇ ਮੰਨਿਆ ਅਮਲ ਕੀਤਾ ਮੰਨ ਕੇ ਉਹਨਾਂ ਦੇ ਬੇੜੇ ਪਾਰ ਹੋਣਗੇ ਸੁਣ ਕੇ ਮੰਨਿਆ ਅਮਲ ਕੀਤਾ ਮੰਨ ਕੇ ਉਹਨਾਂ ਦੇ ਬੇੜੇ ਪਾਰ ਹੋਣਗੇ ਮੰਨਿਆ ਅਮਲ ਕੀਤਾ ਮਨ ਨੇ ਉਹਨਾਂ ਦੇ ਬੇੜੇ ਪਾਰ ਹੋਣਗੇ ਸੁਣ ਕੇ ਮੰਨਿਆ ਅਮਲ ਕੀਤਾ ਮਨ ਨੇ ਉਹਨਾਂ ਦੇ ਬੇੜੇ ਪਾਰ ਹੋਣਗੇ ਪਿਆਰੇ ਜੀ ਉਹਨਾਂ ਦੇ ਬੇੜੇ ਪਾਰ ਹੋਣਗੇ ਵਾਹ 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 ਉਹਨਾਂ ਦੇ ਬੇੜੇ ਪਾਰ ਹੋਣਗੇ ਵਾਹ 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 ਉਹਨਾਂ ਦੇ ਬੇੜੇ ਪਾਰ ਹੋਣਗੇ ਵਾਹ 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 ਉਹਨਾਂ ਦੇ ਬੇੜੇ ਪਾਰ ਹੋਣਗੇ ਵਾਹ ਵਾਹ ਉਹਨਾਂ ਦੇ ਬੇੜੇ ਪਾਰ ਹੋਣਗੇ ਵਾਹ 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 ਉਹਨਾਂ ਦੇ ਬੇੜੇ ਪਾਰ ਹੋਣਗੇ ਸੁਣ ਕੇ ਮੰਨਿਆ ਅਮਲ ਕੀਤਾ ਮੰਨ ਕੇ ਉਹਨਾਂ ਦੇ ਬੇੜੇ ਪਾਰ ਹੋਣਗੇ ਮੰਨਿਆ ਅਮਲ ਕੀਤਾ ਮੰਨ ਕੇ ਉਹਨਾਂ ਦੇ ਬੇੜੇ ਪਾਰ ਹੋਣਗੇ ਮੰਨਿਆ ਅਮਲ ਕੀਤਾ ਮੰਨ ਕੇ ਉਹਨਾਂ ਦੇ ਬੇੜੇ ਪਾਰ ਹੋਣਗੇ ਸੁਣ ਕੇ ਮੰਨਿਆ ਅਮਲ ਕੀਤਾ ਮੰਨ ਕੇ ਉਹਨਾਂ ਦੇ ਬੇੜੇ ਪਾਰ ਹੋਣਗੇ ਮੰਨਿਆ ਅਮਲ ਕੀਤਾ ਮਨ ਨੇ ਉਹਨਾਂ ਦੇ ਬੇੜੇ ਪਾਰ ਹੋਣਗੇ ਸੁਣ ਕੇ ਮੰਨਿਆ ਅਮਲ ਕੀਤਾ ਮਨ ਨੇ ਉਹਨਾਂ ਦੇ ਬੇੜੇ ਪਾਰ ਹੋਣਗੇ ਇਦਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜੇ ਸੁਣਦੇ ਨੇ ਸੁਣ ਕੇ ਮੰਨਦੇ ਨੇ ਅਪਣਾ ਲੈਂਦੇ ਨੇ ਜਿਹੜੇ ਇਦਾਂ ਸਮਝਦੇ ਨੇ ਵੀ ਮਹਾਰਾਜ ਮੇਰੇ ਭਲੇ ਵਾਸਤੇ ਮੈਨੂੰ ਉਪਦੇਸ਼ ਦਿੰਦੇ ਨੇ ਜਿਹੜੇ ਬੱਚੇ ਸਕੂਲ ਵਿੱਚ ਪੜ੍ਹਨ ਜਾਂਦੇ ਨੇ ਜਿਹੜੇ ਧਿਆਨ ਦੇ ਕੇ ਤਵੱਜੋ ਦੇ ਕੇ ਪੜ੍ਹਦੇ ਨੇ ਪੜ੍ਹਾਈ ਕਰਦੇ ਨੇ ਪੜ੍ਹ ਕੇ ਡਿਗਰੀਆਂ ਪ੍ਰਾਪਤ ਕਰਦੇ ਨੇ ਵੱਡੀਆਂ ਅਹੁਦਿਆਂ ਤੇ ਪਹੁੰਚ ਜਾਂਦੇ ਨੇ ਜਿਹੜੇ ਪੜ੍ਹਾਈ ਕਰਨ ਲੱਗੇ ਆ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ ਜਿਨ੍ਹਾਂ ਦੇ ਅੰਦਰ ਚਾਅ ਨਹੀਂ ਹੁੰਦਾ ਪੜ੍ਹਾਈ ਕਰਨ ਦਾ ਜਿਨ੍ਹਾਂ ਦੇ ਅੰਦਰ ਚਾਅ ਨਹੀਂ ਹੁੰਦਾ ਕੁਝ ਬਣਨ ਦਾ ਕਿਸੇ ਵੀ ਰੁਤਬੇ ਤੱਕ ਪਹੁੰਚਣਾ ਹੈ ਉਹਦੇ ਲਈ ਬੰਦੇ ਦੇ ਅੰਦਰ ਚਾਅ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਚਾਅ ਹੋਣਾ ਕਈਆਂ ਦੀ ਜ਼ਿੰਦਗੀ ਇਦਾਂ ਹੁੰਦੀ ਹੈ ਕਿਸੇ ਕਿਸਮ ਦਾ ਵੀ ਚਾਅ ਹੀ ਨਹੀਂ ਹੁੰਦਾ ਨਾ ਖਾਣ ਦਾ ਨਾ ਪਹਿਨਣ ਦਾ ਨਾ ਕੋਈ ਨਵਾਂ ਕੰਮ ਕਰਨ ਦਾ ਨਾ ਕੁਝ ਨਵਾਂ ਸਿੱਖਣ ਦਾ ਨਾ ਕੋਈ ਚਾਹ ਨਹੀਂ ਹੁੰਦਾ ਕਈਆਂ ਦੀ ਜ਼ਿੰਦਗੀ ਦੇ ਵਿੱਚ ਉਹ ਚਾਹ ਤੋਂ ਬਿਨਾ ਉਤਸ਼ਾਹ ਨਹੀਂ ਬਣਦਾ ਰਸ ਨਹੀਂ ਬਣਦਾ ਇਸੇ ਕਰਕੇ ਤਾਂ ਇੰਨੀ ਗੁਰਬਾਣੀ ਮਹਾਰਾਜ ਨੇ ਲਿਖੀ 1430 ਸਵੇ ਵੀ ਨਿਤ ਨਵਾਂ ਸ਼ਬਦ ਕੋਈ ਸੁਣੀਏ ਨਵਾਂ ਹੁਕਮਨਾਮਾ ਹਰ ਰੋਜ਼ ਨਿਤ ਨਵਾਂ ਨਵਾਂ ਉਹਦੇ ਨਾਲ ਕੀ ਹੁੰਦਾ ਹੈ ਉਤਸ਼ਾਹ ਬਣਦਾ ਹੈ ਚਾਅ ਬਣਦਾ ਹੈ ਬੰਦੇ ਦੇ ਅੰਦਰ ਕਈਆਂ ਦੇ ਅੰਦਰੋਂ ਚਾਅ ਮਰ ਜਾਂਦਾ ਹੈ ਕਈਆਂ ਦੇ ਘਰਾਂ ਦਾ ਹੀ ਜਿਹੜਾ ਮਾਹੌਲ ਹੁੰਦਾ ਇਦਾਂ ਦਾ ਹੁੰਦਾ ਹੈ ਬੱਚਿਆਂ ਦਾ ਪਰਿਵਾਰ ਦਾ ਉਹ ਚਾਅ ਹੀ ਮਰ ਜਾਂਦੇ ਨੇ ਸਾਰੇ ਹਰ ਵਕਤ ਖਿਜ ਚੜੀ ਰਹਿੰਦੀ ਹੈ ਕ੍ਰੋਧ ਚੜਿਆ ਰਹਿੰਦਾ ਹੈ ਗੁੱਸਾ ਚੜਿਆ ਰਹਿੰਦਾ ਹੈ
पर कईयां दे अंदर चाह हुंदा कुछ करन दा। भाई जेठा जी दे अंदर चाह सी, ਜਿਹੜੀ भी सेवा मिलनी करनी ते नाल अपना वो जिहड़ा काम करदे सी, मेहनत करदे सी गुजारे लई, ते वो भी अपना शुरू रखिया काम। 12 साल की उम्र विच पहुंचे सन गोविंदवाल साहब, ते बाबा अमरदास जी दे कोल रह के बचन मन के सेवा करते हैं। सेवा करदियां करदियां जदों 19 साल दे सी, 6-7 साल हो गए सन उत्थे सेवा करदियां नूं। जदों बाबा अमरदास जी नूं फिर 1552 दे विच गुरियाई सौंप के गुरु अंगद साहब जी ज्योति जोत समा गए, ते बाबा अमरदास जी गुरु अमरदास जी बन गए 1552 दे विच। फिर 1553 दे विच 19 साल की उम्र दे विच भाई जेठा जी नूं गुरु अमरदास जी ने अपनी बेटी बीबी भानी दा रिश्ता कर देना। गुरु अमरदास जी ने गुण वेख के, योगता देख के, योगता वेख के, गुण वेख के भाई जेठा जी दे बीबी भानी दा फिर शादी विआह 1553 दे विच। फिर भी कोई किसी किस्म का मान तान नहीं नेड़े आया। ऐदां ही सेवा करदियां 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 28 साल सेवा करते रहे। 12 साल की उम्र विच गए सन। वेख लो 28 साल निरंतर बचन मन के, हुक्म मन के गुरु अमरदास जी का। हालां अजे गुरु नहीं सन बने, उदों भी वचन मन के सेवा करते रहे। 28 साल सेवा, अणथक सेवा, अणथक घालना घाली भाई जेठा जी ने। बीबी भानी भाई जेठा जी दे घरों गुरु अमरदास जी की सपुत्री। गुरु अमरदास जी दे 4 बच्चे सन, 2 बेटे सन, बाबा मोहन जी ते मोहरी जी, 2 बेटियां बीबी दानी ते बीबी भानी। बीबी भानी वो भी बड़ी सेवा करते, ते भाई जेठा जी उन्होंने घर वाले वो भी बहुत सेवा करते। सेवा तो बहुत संगत करती है, पर जिद्दां दी सेवा, जिद्दां दी नेड़ता हासिल भाई जेठा जी ने की। भी हुण गुरु अमरदास जी की चाहुंदे ने, मन विच की है उन्हां दे। भाई जेठा जी वो सारी गल पहले ही समझ जाते सन। इन्नी नेड़ता गुरु अमरदास जी की हासिल की, ते गुरु ते सिख एक बन गए। गुरु ते सिख ज्योति जोत मिलाए, कायागढ़ सोहया। ज्योति जोत मिलाए, ख्याल मिल गए, विचार मिल गए, सोच मिल गई, अंदरों गुरु दे नाल इकमिक हो गए। ज्यों जल में जल आए खटाना, त्यों ज्योति संग जोत समाना। गुरु दे नाल, गुरु दी जोत दे नाल, जोत भाव गुरु दी विचारधारा दे नाल अपनी विचारधारा मिला लई। जिवें बखरा पानी किसी बर्तन विच होवे, चलदे पानी विच उहनूं डोल दईए, दोने पानी एक हो जांदे ने। ऐदां ही भाई जेठा जी सेवा करते करते ते फिर साध संगत जी वो समा जदों फिर सेवा सारी संगत करती है। गुरु अमरदास जी के दोने दमाद उत्थे ही उन्हां दे घर सन, रहिंदे सन गोविंदवाल। बीबी दानी ने घर वाला भाई रामा जी ते भानी बीबी भानी ने घर वाले भाई जेठा जी।
ਇਹ ਦੋਨੇ ਹੀ ਸੇਵਾ ਕਰਦੇ ਸਨ, ਬਹੁਤ ਸੇਵਾ ਕਰਦੇ ਸਨ। ਬਾਬਾ ਬੁੱਢਾ ਜੀ ਹੋਰੀ ਪੁੱਛਦੇ ਰਹਿੰਦੇ ਕਿ ਮਹਾਰਾਜ ਤੁਹਾਡੇ ਪੁੱਤਰਾਂ ਦੇ ਨਾਲੋਂ ਤੁਹਾਡੇ ਦਾਮਾਦ ਜ਼ਿਆਦਾ ਸੇਵਾ ਕਰਦੇ ਨੇ, ਇਹਨਾਂ ਤੇ ਆਪ ਜੀ ਦੀ ਬਹੁਤ ਹੀ ਖੁਸ਼ੀ ਤੇ ਪ੍ਰਸੰਨਤਾ ਲੱਗਦੀ ਹੈ। ਮਹਾਰਾਜ ਨੇ ਹੱਸ ਕੇ ਕਹਿਣਾ, ਹਾਂ ਬਾਬਾ ਬੁੱਢਾ ਜੀ ਇਦਾਂ ਹੀ ਲੱਗਦਾ। ਇਦਾਂ ਪੁੱਛਦਿਆਂ ਬਾਬਾ ਜੀ ਨੇ ਫਿਰ ਬੁੱਢਾ ਜੀ ਨੇ ਪੁੱਛਣਾ, ਫਿਰ ਦੋਨਾਂ ਚੋਂ ਕਿਹੜਾ ਹੋਊਗਾ? ਦੋਨਾਂ ਚੋਂ ਜਿਹਨੂੰ ਤੁਸੀਂ ਚੁਣੋਗੇ ਉਹ ਕਿਹੜਾ ਹੋਊਗਾ? ਕਹਿੰਦੇ ਗੁਰੂ ਅਮਰਦਾਸ ਜੀ ਕਹਿੰਦੇ ਇਦਾਂ ਨਹੀਂ, ਉਹਦੇ ਲਈ ਤਾਂ ਫਿਰ ਇਮਤਿਹਾਨ ਲੈਣਾ ਪੈਣਾ ਹੈ। ਇਮਤਿਹਾਨ ਅਗਲੀ ਕਲਾਸ ਦੇ ਵਿੱਚ ਬੱਚੇ ਤਾਂ ਹੁੰਦੇ ਨੇ ਜਦੋਂ ਪੇਪਰ ਹੁੰਦੇ ਨੇ, ਇਮਤਿਹਾਨ ਹੁੰਦੇ ਨੇ, ਪੂਰੇ ਨੰਬਰ ਲੈ ਕੇ ਪਾਸ ਹੋ ਜਾਂਦੇ ਨੇ, ਫਿਰ ਅਗਲੀ ਕਲਾਸ ਦੇ ਵਿੱਚ ਬੈਠਣ ਦੇ ਅਧਿਕਾਰੀ ਬਣਦੇ ਨੇ। ਫਿਰ ਗੁਰੂ ਅਮਰਦਾਸ ਜੀ ਨੇ ਪ੍ਰੀਖਿਆ ਕਰਨੀ ਸ਼ੁਰੂ ਕੀਤੀ। ਜਦੋਂ ਆਪਾਂ ਗੋਇੰਦਵਾਲ ਸਾਹਿਬ ਜਾਂਦੇ ਆ, ਬੌਲੀ ਸਾਹਿਬ ਦੇ ਦੋਨੇ ਸਾਈਡਾਂ ਦੇ ਗੁਰੂ ਅਮਰਦਾਸ ਜੀ ਆ ਕੇ ਕਹਿੰਦੇ, ਭਾਈ ਜੇਠਾ ਜੀ ਤੁਸੀਂ ਇੱਥੇ ਨਾ ਇੱਕ ਥੜਾ ਬਣਾਓ, ਅਸੀਂ ਉੱਤੇ ਬੈਠਿਆ ਕਰਾਂਗੇ ਆ ਕੇ। ਭਾਈ ਰਾਮਾ ਜੀ ਨੂੰ ਕਹਿੰਦੇ ਤੁਸੀਂ ਇਧਰਲੀ ਸਾਈਡ ਥੜਾ ਤਿਆਰ ਕਰੋ, ਥੜੇ ਬਣਾਉਣੇ ਨੇ, ਬੈਠਿਆ ਕਰਾਂਗੇ ਆ ਕੇ। ਹੁਣ ਸਰੀਰ ਸਾਡਾ ਬੁੱਢਾ ਹੈ, ਬਿਰਧ ਹੋ ਗਿਆ, ਬਹੁਤਾ ਤੋਰਾ ਫੇਰਾ ਨਹੀਂ ਹੁੰਦਾ, ਇੱਥੇ ਬਹਿ ਕੇ ਸੰਗਤ ਨੂੰ ਮਿਲ ਲਿਆ ਕਰਾਂਗੇ। ਸਤ ਬਚਨ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਨੇ ਨਾ ਆਪਣੇ ਹੱਥ ਵਿੱਚ ਫੜੀ ਸੋਟੀ ਨਾਲ ਐ ਲਕੀਰ ਖਿੱਚਦੀ ਵੀ ਇੰਨਾ ਕੁ ਲੰਬਾ, ਇੰਨਾ ਕੁ ਚੌੜਾ ਤੇ ਇੰਨਾ ਕੁ ਉੱਚਾ ਬਣਾ ਦਿਓ। ਦੋਨੇ ਦਾਮਾਦ ਗੁਰੂ ਅਮਰਦਾਸ ਜੀ ਦੇ, ਭਾਈ ਰਾਮਾ ਜੀ, ਭਾਈ ਜੇਠਾ ਜੀ, ਉਹਨਾਂ ਨੇ ਇੱਟਾਂ ਗਾਰਾ ਲਿਆ ਕੇ ਥੜੇ ਬਣਾਉਣੇ ਸ਼ੁਰੂ ਕੀਤੇ। ਜਦੋਂ ਪਿਛਲੇ ਪਹਿਰ ਗੁਰੂ ਅਮਰਦਾਸ ਜੀ ਸੰਗਤ ਦੇ ਨਾਲ ਬਾਬਾ ਬੁੱਢਾ ਜੀ ਹੋਰਾਂ ਨਾਲ ਆਏ, ਆ ਕੇ ਜਦੋਂ ਦੇਖਿਆ, ਨਮਸਕਾਰ ਕੀਤੀ ਦੋਨਾਂ ਨੇ। ਗੁਰੂ ਅਮਰਦਾਸ ਜੀ ਕਹਿੰਦੇ ਥੜੇ ਤੁਹਾਡੇ ਵਧੀਆ ਨਹੀਂ ਬਣੇ, ਚੰਗੇ ਨਹੀਂ ਬਣੇ, ਇਹਨਾਂ ਨੂੰ ਢਾਹ ਦਿਓ, ਕੱਲ ਨੂੰ ਦੁਬਾਰੇ ਬਣਾਇਓ ਹੋਰ। ਕਹਿੰਦੇ ਜੀ ਸਤ ਵਚਨ। ਭਾਈ ਜੇਠਾ ਜੀ ਦਾ ਥੜਾ ਵੀ ਢਹਾ ਦਿੱਤਾ, ਰਾਮਾ ਜੀ ਤੋਂ ਵੀ ਥੜਾ ਢਹਾ ਦਿੱਤਾ। ਕਹਿੰਦੇ ਸਹੀ ਨਹੀਂ ਬਣਿਆ, ਸਹੀ ਇਦਾਂ ਬਣਾਇਓ। ਅਗਲੇ ਦਿਨ ਫੇਰ ਤਿਆਰ ਕਰ ਲਏ ਥੜੇ। ਪਿਛਲਾ ਟਾਈਮ ਸ਼ਾਮ ਨੂੰ ਫਿਰ ਗੁਰੂ ਅਮਰਦਾਸ ਆਉਂਦੇ ਨੇ, ਬਾਬਾ ਬੁੱਢਾ ਜੀ ਹੋਰ ਸੰਗਤਾਂ ਦੇ ਸਮੇਤ ਥੜਿਆਂ ਨੂੰ ਪਹਿਲਾਂ ਭਾਈ ਜੇਠਾ ਜੀ ਦੇ ਕੋਲ ਕਹਿੰਦੇ, ਭਾਈ ਜੇਠਿਆ ਥੜਾ ਤਾਂ ਤੇਰਾ ਅੱਜ ਵੀ ਠੀਕ ਨਹੀਂ ਬਣਿਆ, ਸਹੀ ਨਹੀਂ ਬਣਿਆ, ਜਿਹਾ ਜਿਹਾ ਕਿਹਾ ਸੀ ਉਹ ਜਿਹਾ ਨਹੀਂ ਬਣਿਆ। ਕਹਿੰਦਾ ਜੀ ਗਲਤੀ ਹੋ ਗਈ ਮਹਾਰਾਜ, ਮੇਰੀ ਮੱਤ ਥੋੜੀ ਹੈ, ਅਕਲ ਨਹੀਂ ਹੈ ਸਾਨੂੰ, ਮਹਾਰਾਜ ਖਿਮਾ ਕਰਨੀ। ਮਹਾਰਾਜ ਕਹਿੰਦੇ ਢਾਹ ਦੇ, ਕੱਲ ਨੂੰ ਹੋਰ ਬਣਾਈ। ਫਿਰ ਭਾਈ ਰਾਮਾ ਜੀ ਦੇ ਕੋਲ ਜਾਂਦੇ ਨੇ, ਕਹਿੰਦੇ ਨੇ ਭਾਈ ਥੜਾ ਤੇਰਾ ਠੀਕ ਨਹੀਂ ਬਣਿਆ। ਭਾਈ ਰਾਮਾ ਜੀ ਕਹਿੰਦੇ ਨੇ ਮਹਾਰਾਜ ਜਿਹਾ ਜਿਹਾ ਤੁਸੀਂ ਕਿਹਾ ਸੀ ਨਾ ਉਹ ਜੀ ਬਣਾਇਆ। ਗੁਰੂ ਅਮਰਦਾਸ ਜੀ ਕਹਿੰਦੇ ਨੇ ਠੀਕ ਨਹੀਂ ਬਣਿਆ, ਜਿੱਦਾਂ ਦਾ ਕਿਹਾ ਸੀ ਉਦਾਂ ਦਾ ਨਹੀਂ ਬਣਿਆ, ਢਾਹ ਦੇ ਇਸ ਨੂੰ, ਕੱਲ ਨੂੰ ਤਿਆਰ ਕਰੀ। ਇਹ ਲਖੀਰ ਖਿੱਚ ਕੇ ਨਾ ਉਹਦੇ ਨਾਲ ਛਟੀ ਨਾਲ ਖੁੰਡੀ ਨਾਲ ਦੱਸਦੀ। ਕਹਿੰਦਾ ਜੀ ਥੜਾ ਤਾਂ ਠੀਕ ਸੀ, ਚਲੋ ਤੁਹਾਨੂੰ ਨਹੀਂ ਪਸੰਦ ਕੋਈ ਗੱਲ ਨਹੀਂ, ਕੱਲ ਨੂੰ ਹੋਰ ਬਣਾ ਦਾਂਗੇ। ਤੀਜੇ ਦਿਨ ਫੇਰ ਥੜੇ ਤਿਆਰ ਕਰ ਲਏ। ਪਿਛਲਾ ਟਾਈਮ ਫਿਰ ਗੁਰੂ ਅਮਰਦਾਸ ਜੀ ਉੱਪੜਦੇ ਨੇ, ਭਾਈ ਜੇਠਾ ਜੀ ਨੂੰ ਕਹਿੰਦੇ ਨੇ ਜੇਠਿਆ ਥੜਾ ਠੀਕ ਨਹੀਂ ਬਣਾਇਆ, ਜਿਹੋ ਜਿਹਾ ਕਿਹਾ ਸੀ ਉਦਾਂ ਦਾ ਨਹੀਂ ਬਣਾਇਆ। ਚਰਨ ਫੜ ਲਏ ਭਾਈ ਜੇਠਾ ਜੀ ਨੇ, ਕਹਿੰਦੇ ਮਹਾਰਾਜ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਸੱਚੇ ਪਾਤਸ਼ਾਹ ਤੁਸੀਂ ਸਰਬੱਗ ਹੋ, ਤੁਸੀਂ ਸਮਰੱਥ ਹੋ, ਅਸੀਂ ਕਲਯੁਗੀ ਜੀਵ ਹਾਂ। ਜਿਵੇਂ ਆਪ ਜੀ ਸਮਝਾਉਂਦੇ ਹੋ ਨਾ, ਮੇਰੀ ਅਕਲ ਘੱਟ ਹੋਣ ਕਰਕੇ, ਮੱਤ ਥੋੜੀ ਹੋਣ ਕਰਕੇ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਹੈ।
ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਜੀ, ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਜੀ, ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਜੀ, ਸਮਰੱਥ ਵੱਡਾ ਮੇਰੀ ਮਤ ਥੋੜੀ ਜੀ, ਤੂੰ 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 ਸਮਰੱਥ ਵੱਡਾ ਮੇਰੀ ਮਤ ਬੋਲੋ ਭੈਣੋ ਜੀ, ਤੂੰ ਸਮਰੱਥ ਵੱਡਾ ਮੇਰੀ ਮਤ, ਤੂੰ ਸਮਰੱਥ ਮੇਰੀ ਮਤ ਥੋੜੀ ਜੀ, ਹਾਂ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਜੀ, 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 ਜਿਉਂ ਜਾਨੋ ਤਿਉ ਰਾਖ ਹਰ ਪ੍ਰਭ ਤੇਰਾ, ਕੀਤੇ ਗਣੂ ਅਸੰਖ ਅਵਗੁਣ ਤੇਰਾ, ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ। ਮਹਾਰਾਜ ਅਸੀਂ ਭੁੱਲ ਜਾਂਦੇ ਆ, ਆਪ ਜੀ ਤਾਂ ਸਹੀ ਦੱਸਦੇ ਹੋ, ਪਰ ਥੋੜੀ ਮਤ ਹੋਣ ਕਰਕੇ, ਅਕਲ ਘੱਟ ਹੋਣ ਕਰਕੇ ਅਸੀਂ ਭੁੱਲ ਜਾਂਦੇ ਆ। ਭਗਤਾਂ ਦਾ ਤੇ ਸੰਸਾਰੀ ਲੋਕਾਂ ਦਾ ਇਹੋ ਹੀ ਫਰਕ ਹੁੰਦਾ ਹੈ। ਸੰਸਾਰੀ ਆਪਾਂ ਲੋਕ ਕਹਿੰਦੇ ਆ ਮੈਂ ਬੜਾ ਸਿਆਣਾ, ਸਾਰੇ ਪਿੰਡ ਤੋਂ ਜ਼ਿਆਦਾ ਮੈਨੂੰ ਅਕਲ ਹੈ, ਅਸੀਂ ਮੈਂ ਸਾਰਿਆਂ ਤੋਂ ਸਿਆਣਾ। ਪਰ ਗੁਰਮੁਖ ਉਹ ਕਹਿੰਦੇ ਨੇ ਵੀ ਮੈਨੂੰ ਜਣੀ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ। ਭਗਤੀ ਦਾ ਇਹ ਮਾਰਗ ਹੈ, ਅਕਲ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਬੇਅਕਲ ਸਮਝਣਾ, ਸਿਆਣਾ ਹੁੰਦਿਆਂ ਹੋਇਆਂ ਵੀ ਅਣਜਾਣ ਜਾਣਨਾ ਆਪਣੇ ਆਪ ਨੂੰ, ਤਾਣ ਹੁੰਦਿਆਂ ਹੋਇਆਂ ਵੀ ਨਿਤਾਣਾ ਨਿਮਾਣਾ ਬਣ ਕੇ ਰਹਿਣਾ। ਇਹ ਭਗਤੀ ਮਾਰਗ ਹੈ, ਗੁਰੂ ਦਾ ਮਾਰਗ ਹੈ। ਅਣਹੋਂਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਮਹਾਰਾਜ ਆਪ ਜੀ ਤਾਂ ਸਹੀ ਦੱਸਦੇ ਹੋ, ਮੇਰੀ ਮੱਤ ਥੋੜੀ ਹੋਣ ਕਰਕੇ ਮਹਾਰਾਜ ਮੈਂ ਭੁੱਲ ਜਾਣਾ। ਮਹਾਰਾਜ ਕਿਰਪਾ ਕਰੋ, ਆ ਕਿੰਨੀਆਂ ਇੱਟਾਂ ਮੈਂ ਖਰਾਬ ਕੀਤੀਆਂ, ਕਿੰਨਾ ਚੂਨਾ ਖਰਾਬ ਕੀਤਾ, ਮਹਾਰਾਜ ਮੈਨੂੰ ਬਖਸ਼ ਲਿਓ। ਆਪ ਕਿਰਪਾ ਕਰੋ ਕੱਲ ਨੂੰ ਮੈਂ ਉਦਾਂ ਬਣਾ ਸਕਾਂ ਜਿਵੇਂ ਆਪ ਜੀ ਕਹਿ ਰਹੇ ਹੋ। ਫਿਰ ਭਾਈ ਰਾਮਾ ਜੀ ਦੇ ਕੋਲ ਚਲੇ ਜਾਂਦੇ ਨੇ। ਭਾਈ ਰਾਮਾ ਜੀ ਨੂੰ ਉਹ ਜਾ ਕੇ ਐ ਜਿਵੇਂ ਗੁੱਸੇ ਹੋਣ, ਮਤਲਬ ਐ ਉਹ ਖੁੰਡੀ ਮਾਰੀ ਜਾ ਕੇ ਥੜੇ ਤੇ, ਕਹਿੰਦੇ ਠੀਕ ਨਹੀਂ ਬਣਾਇਆ, ਥੜਾ ਠੀਕ ਨਹੀਂ ਬਣਿਆ ਤੇਰਾ। ਭਾਈ ਜੇਠਾ ਜੀ ਫਿਰ ਅੱਗੋਂ ਪਤਾ ਕੀ ਬੋਲੇ, ਕਹਿੰਦਾ ਥੜਾ ਤੁਹਾਡੀ ਠੀਕ ਹੈ ਬਣਿਆ, ਤੁਹਾਡੀ ਉਮਰ ਇਹ 17 ਤੋਂ ਟੱਪ ਚੁੱਕੀ ਹੈ। ਠੀਕ ਜਿਵੇਂ ਤੁਸੀਂ ਕਿਹਾ ਸੀ ਮੈਂ ਉਹ ਵੀ ਬਣਾਇਆ, ਪਰ ਤੁਹਾਡੀ ਉਮਰ ਵੱਡੀ ਹੋਣ ਕਰਕੇ ਨਾ ਤੁਸੀਂ ਕਹਿ ਕੇ ਭੁੱਲ ਜਾਂਦੇ ਹੋ। ਥੜਾ ਤਾਂ ਉਮੀ ਹੈ ਜਿਵੇਂ ਤੁਸੀਂ ਆਖਿਆ ਹੈ, ਪਰ ਵੱਡੀ ਉਮਰ ਹੋਣ ਕਰਕੇ ਤੁਸੀਂ ਭੁੱਲ ਜਾਂਦੇ ਹੋ ਕਹਿ ਕੇ। ਹੁਣ ਜਦੋਂ ਨਾ ਕੋਈ ਬਰਤਨ ਖਰੀਦਦਾ, ਹੁਣ ਤਾਂ ਚਲੋ ਦੂਜੇ ਬਰਤਨ ਹੋ ਗਏ ਨਾ, ਸਟੀਲ ਦੇ, ਪਲਾਸਟਿਕ ਦੇ, ਉਹ ਆਪਾਂ ਲੈ ਆਉਨੇ ਆ। ਪਹਿਲੇ ਸਮੇਂ 'ਚ ਮਿੱਟੀ ਦੇ ਬਰਤਨ ਖਰੀਦਦੇ ਸੀ। ਬੀਬੀਆਂ ਜਦੋਂ ਘੜੇ ਖਰੀਦਦੀਆਂ ਨਾ, ਤੌਲੇ ਤੌਲੀਆਂ ਐ ਠੋਲਾ ਮਾਰ ਕੇ ਵੇਖਦੀਆਂ। ਪੱਕੇ ਦੀ ਆਵਾਜ਼ ਵੱਖਰੀ ਹੁੰਦੀ ਹੈ ਤੇ ਕੱਚੇ ਦੀ ਆਵਾਜ਼, ਪਿੱਲੇ ਦੀ ਆਵਾਜ਼ ਵੱਖਰੀ ਹੁੰਦੀ ਹੈ। ਪੱਕੇ ਭਾਂਡੇ ਦੀ ਆਵਾਜ਼ ਉਹਦੇ ਨਾਲ ਰਲਦੀ ਨਹੀਂ ਹੁੰਦੀ। ਹੁਣ ਭਾਈ ਜੇਠਾ ਜੀ ਦੀ ਆਵਾਜ਼ ਗੁਰਮੁਖਾਂ ਵਾਲੀ ਹੈ, ਅਸਲ ਹੈ। ਰਾਮਾ ਜੀ ਦੀ ਜਿਹੜੀ ਆਵਾਜ਼ ਹੈ ਉਹ ਗੁਰਮੁਖਾਂ ਵਾਲੀ ਨਹੀਂ। ਉਹਦੇ ਵਿੱਚ ਆਪਣੀ ਸਿਆਣਪ ਹੈ ਤੇ ਗੁਰੂ ਅਣਜਾਣ ਹੈ, ਗੁਰੂ ਨੂੰ ਅਣਜਾਣ ਸਮਝਦਾ। ਕਹਿੰਦਾ ਮਹਾਰਾਜ ਥੜਾ ਤਾਂ ਠੀਕ ਬਣਾਇਆ ਜਿਵੇਂ ਤੁਸੀਂ ਕਿਹਾ ਸੀ, ਤੁਸੀਂ ਹੁਣ ਵੱਡੀ ਉਮਰ ਦੇ ਹੋਣ ਕਰਕੇ ਭੁੱਲ ਜਾਂਦੇ ਹੋ ਕਹਿ ਕੇ।
ਸੁਣਨਾ ਸੀ ਮਹਾਰਾਜ ਨੇ। ਬਾਬਾ ਬੁੱਢਾ ਜੀ ਵੀ ਨਾਲ ਹੀ ਸਨ। ਜੱਜਮੈਂਟ ਲਾਉਂਦੇ ਸੀ ਵੀ ਕਿਹੜੇ ਦੀ ਕਿਵੇਂ ਆਵਾਜ਼ ਹੈ, ਕਿਹੜੇ ਦੀ ਕਿਵੇਂ ਆਵਾਜ਼ ਹੈ। ਦੋਨਾਂ ਦੀ ਆਵਾਜ਼ ਦੇ ਵਿੱਚ, ਦੋਨਾਂ ਦੀ ਸੋਚ ਦੇ ਵਿੱਚ, ਦੋਨਾਂ ਦੀ ਵਿਚਾਰ ਦੇ ਵਿੱਚ ਕਿੰਨਾ ਕੁ ਅੰਤਰ ਹੈ, ਇਹ ਸਰਵੱਗ ਗੁਰੂ ਅਮਰਦਾਸ ਜੀ ਸਮਝ ਰਹੇ ਨੇ। ਬਾਬਾ ਬੁੱਢਾ ਜੀ ਵੀ ਸਮਝ ਰਹੇ ਨੇ, ਪਰ ਆਮ ਜਿਹੜੀ ਸੰਗਤ ਹੈ ਉਹਨਾਂ ਨੂੰ ਨਹੀਂ ਪਤਾ ਵੀ ਇਹ ਕਾਰਨ ਕੀ ਹੈ, ਇਹ ਖੇਲ ਕੀ ਚੱਲ ਰਹੀ ਹੈ। ਇਹ ਇਮਤਿਹਾਨ ਲਏ ਜਾ ਰਹੇ ਨੇ ਸਿੱਖਾਂ ਦੇ, ਕਿਉਂਕਿ ਜ਼ਿਲ੍ਹੇ ਦੇ ਵਿੱਚ ਡੀਸੀ ਕੋਈ ਹੁੰਦਾ ਹੈ ਨਾ, ਜੇ ਉਹ ਬਰਾਬਰ ਦੀ ਪੜ੍ਹਾਈ ਵਾਲੇ 5-4 ਹੋਣ, ਉਹ ਫਿਰ ਹੋਰ ਉਹਨਾਂ ਦਾ ਇਮਤਿਹਾਨ, ਹੋਰ ਪੇਪਰ ਇੱਕੋ ਹੀ ਰੱਖਣਾ ਹੁੰਦਾ ਹੈ। ਸੰਗਤ ਦੀ ਨਜ਼ਰ ਦੇ ਵਿੱਚ ਸੇਵਾ ਦੋਨੇ ਹੀ ਕਰਦੇ ਨੇ, ਪਰ ਉਹਨਾਂ ਦੇ ਹੋਰ ਇਮਤਿਹਾਨ ਲੈ ਕੇ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਭਾਈ ਜੇਠਾ ਜੀ ਮਰ ਜੀਵੇ ਨੇ ਤੇ ਰਾਮਾ ਜੀ ਅਜੇ ਉੱਥੇ ਅਪੜੇ ਨਹੀਂ। ਗੁਰੂ ਅਮਰਦਾਸ ਜੀ ਕਸਵੱਟੀ ਲਾ ਰਹੇ ਨੇ। ਜਿਵੇਂ ਸੁਨਿਆਰ ਸੋਨੇ ਨੂੰ ਜਦੋਂ ਨਿਰਮਲ ਕਰਦਾ ਨਾ, ਉਹਨੂੰ ਉਹ ਚੋਂ ਮੈਲ ਕੱਢਦਾ ਹੈ, ਉਹ ਫਿਰ ਅੱਗ ਤੇ ਰੱਖ ਕੇ ਤਾ ਦਿੰਦਾ ਹੈ, 12 ਵਾਰੀ ਦਿੰਦਾ ਹੈ। 12 ਹੀ ਬੰਨੀ ਸੁੱਧ ਕਰਾਇਆ, ਨਾਦਰ ਸਰਾਫ ਬਨੀਸ ਚੜਾਇਆ। 12 ਬੰਨੀ ਦਾ ਸੋਨਾ 12 ਵਾਰੀ ਸ਼ੁੱਧ ਕੀਤਾ ਹੋਇਆ। ਕਹਿੰਦੇ ਗੁਰੂ ਦੀ ਕਸਵੱਟੀ ਤੇ ਮਨ ਰਾਮ ਦੀ ਕਸੌਟੀ ਉੱਤੇ ਲਾ ਲੈ, ਸੋਨਾ ਹੋ ਜੂ 12 ਬੰਨੀ ਦਾ। ਮਨ ਗੁਰਾਂ ਦੀ ਕਸੌਟੀ ਉੱਤੇ ਲਾ ਲੈ, ਸੋਨਾ ਹੋ ਜੂ 12 ਬੰਨੀ ਦਾ। ਗੁਰਾਂ ਦੀ ਕਸੌਟੀ ਉੱਤੇ ਲਾ ਲੈ, ਸੋਨਾ ਹੋ ਜੂ 12 ਬੰਨੀ ਦਾ। ਮਨ ਗੁਰਾਂ ਦੀ ਕਸੌਟੀ ਉੱਤੇ ਲਾ ਲੈ, ਸੋਨਾ ਹੋ ਜੂ 12 ਬੰਨੀ ਦਾ। ਮਨ ਗੁਰਾਂ ਦੀ ਕਸੌਟੀ ਉੱਤੇ ਲਾ ਲੈ, ਸੋਨਾ ਹੋ ਜੂ 12 ਬੰਨੀ ਦਾ। ਮਨ ਗੁਰਾਂ ਦੀ ਕਸੌਟੀ ਉੱਤੇ ਲਾ ਲੈ, ਸੋਨਾ ਹੋ ਜੂ 12 ਬੰਨੀ ਦਾ। ਸੋਨਾ ਹੋ ਜੂ ਜੀ 12 ਬੰਨੀ ਦਾ, ਸੋਨਾ ਹੋ ਜੂ ਜੀ 12 ਬੰਨੀ ਦਾ। ਸੋਨਾ ਹੋ ਜੂ ਜੀ 12 ਬੰਨੀ ਦਾ। ਹਾਂ ਸੋਨਾ ਹੋ ਜੂ ਜੀ 12 ਬੰਨੀ ਦਾ। ਬੰਨੀ ਦਾ ਸੋਨਾ ਹੋ ਜੂ ਜੀ 12 ਬੰਨੀ ਦਾ। ਉਹ ਸੋਨਾ ਹੋ ਜੂ ਜੀ 12 ਬੰਨੀ ਦਾ। ਉਹ ਸੋਨਾ ਹੋ ਜੂ ਜੀ 12 ਬੰਨੀ ਦਾ। 12 ਬੰਨੀ ਦਾ। ਉਹ ਸੋਨਾ ਹੋ ਜੂ ਜੀ 12 ਬੰਨੀ ਦਾ। ਮਨ ਰਾਮ ਦੀ ਕਸੌਟੀ ਉੱਤੇ ਲਾ ਲੈ, ਸੋਨਾ ਹੋ ਜੂ 12 ਬੰਨੀ ਦਾ। ਮਨ ਗੁਰਾਂ ਦੀ ਕਸੌਟੀ ਉੱਤੇ ਸੋਨਾ ਹੋ ਜੂ 12 ਬੰਨੀ ਦਾ। ਮਨ ਗੁਰਾਂ ਦੀ ਕਸੌਟੀ ਉੱਤੇ ਲਾ ਲੈ, ਸੋਨਾ ਹੋ ਜੂ 12 ਬੰਨੀ ਦਾ। ਉਹ ਮਨ ਗੁਰਾਂ ਦੀ ਕਸੌਟੀ ਉੱਤੇ ਲਾ ਲੈ, ਸੋਨਾ ਹੋ ਜੂ 12 ਬੰਨੀ ਦਾ। ਉੱਤੇ ਲਾ ਲੈ, ਸੋਨਾ ਹੋ ਜੂ 12 ਬੰਨੀ ਦਾ। ਮਨ ਰਾਮ ਦੀ ਕਸੌਟੀ ਉੱਤੇ ਲਾ ਲੈ, ਸੋਨਾ ਹੋ ਜੂ 12 ਬੰਨੀ ਦਾ। ਇੱਕ ਸਵੱਟੀ ਤੇ ਲਾ ਰਹੇ ਨੇ
ਅਸਲ ਤੇ ਨਕਲ ਦੇਖ ਰਹੇ ਨੇ ਵੀ ਪਿਓਰ ਕਿਹੜਾ ਹੈ, ਕੱਚਾ ਕਿਹੜਾ ਹੈ ਤੇ ਪੱਕਾ ਕਿਹੜਾ ਹੈ। ਬਰਤਨ ਬੀਬੀ ਉਹੀ ਖਰੀਦਦੀ ਹੁੰਦੀ ਸੀ ਜਿਹੜਾ ਬਰਤਨ ਪੱਕਾ ਹੁੰਦਾ ਸੀ। ਤੇ ਗੁਰੂ ਨੇ ਵੀ ਏਡੀ ਵੱਡੀ ਜ਼ਿੰਮੇਵਾਰੀ ਗਿਆਨ ਦੀ ਪਾਤਸ਼ਾਹੀ ਦੇਣੀ ਹੈ। ਤੇ ਗੁਰੂ ਅਮਰਦਾਸ ਜੀ, ਬਾਬਾ ਬੁੱਢਾ ਜੀ ਜਾਣ ਗਏ, ਸਮਝ ਗਏ। ਉਹ ਥੜਾ ਜੀਤੇ ਕਹਿੰਦੇ ਸੀ ਅਸੀਂ ਬੈਠਿਆ ਕਰਾਂਗੇ, ਆ ਕੇ ਥੜੇ ਬਣਾਓ। ਉਹ ਸ਼ਰਧਾ, ਭਰੋਸਾ, ਵਿਸ਼ਵਾਸ, ਅਕੀਦਾ, ਭਾਵਨਾ ਗੁਰੂ ਦੇ ਪ੍ਰਤੀ, ਜਿਸ ਥੜੇ ਤੇ ਗੁਰੂ ਦੀ ਜੋਤ ਨੇ ਟਿਕਣਾ ਹੈ, ਗੁਰੂ ਨੇ ਬੈਠਣਾ ਹੈ, ਸਿੱਖ ਦੇ ਹਿਰਦੇ ਵਿੱਚ ਬੈਠਣਾ ਹੈ ਗੁਰੂ ਨੇ। ਗੁਰੂ ਹੈ ਸ਼ਬਦ, ਗੁਰੂ ਸ਼ਬਦ ਨੇ ਸਿੱਖ ਦੇ ਸੀਨੇ ਦੇ ਵਿੱਚ ਅੰਦਰ ਬਹਿਣਾ ਹੈ। ਜਿੱਥੇ ਬਹਿ ਜਾਂਦਾ ਹੈ ਸਤਿਗੁਰੂ, ਪਰ ਜੇ ਕੋਈ ਜਗ੍ਹਾ ਦੇ ਦੇਵੇ ਆਪਣੇ ਅੰਦਰ ਬੈਠਣ ਨੂੰ। ਮਹਾਰਾਜ ਤਾਂ ਆਪਣੇ ਸਾਰਿਆਂ ਦੇ ਅੰਦਰ ਬਹਿਣਾ ਚਾਹੁੰਦੇ ਨੇ, ਪਰ ਆਪਾਂ ਤਿਆਰ ਹੀ ਨਹੀਂ। ਆਪਾਂ ਤਿਆਰ ਨਹੀਂ ਵੀ ਮੇਰੇ ਅੰਦਰ ਬਹਿ ਜੇ ਗੁਰੂ ਨਾਨਕ। ਕੋਈ ਨਹੀਂ ਤਿਆਰ, ਕਿਉਂਕਿ ਜਿਹੜੀਆਂ ਆਦਤਾਂ ਪਈਆਂ ਨੇ ਉਹ ਛੱਡਣ ਨੂੰ ਤਿਆਰ ਨਹੀਂ। ਗਲਤ ਆਦਤਾਂ, ਗਲਤ ਸੁਭਾਅ, ਜਿਹੜੇ ਔਗਣ, ਜਿਨ੍ਹਾਂ ਨੂੰ ਨਾ ਮਨ ਫੜ ਕੇ ਬੈਠਿਆ ਹੋਇਆ, ਪਕੜ ਕੇ ਰੱਖੇ ਹੋਏ ਨੇ ਬੁਰਾਈਆਂ, ਬਕਾਰ ਮਨ ਨੇ, ਉਹ ਛੱਡਣਾ ਨਹੀਂ ਚਾਹੁੰਦਾ। ਤੇ ਜਿੰਨਾ ਚਿਰ ਇਹ ਛੱਡਦਾ ਨਹੀਂ ਗੁਰੂ, ਉਹਨਾਂ ਚਿਰ ਹਿਰਦੇ ਦੇ ਘਰ ਵਿੱਚ ਆ ਕੇ ਬਹਿੰਦਾ ਨਹੀਂ। ਇਸ ਨੂੰ ਕਹਿੰਦੇ ਨਾ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਉਹਦਾ ਕਾਰਜ ਰਾਸ ਕੀ? ਆਤਮ ਪਦ ਰੂਪੀ ਕਾਰਜ ਉਹਦਾ ਰਾਸ ਹੋ ਜਾਂਦਾ ਹੈ ਜੇ ਮਨ ਦੇ ਦੇਵੇ, ਮਨ ਵੇਚ ਦੇਵੇ। ਮਹਾਰਾਜ ਜਾਣਗੇ ਜਦੋਂ ਇਹ ਪ੍ਰੀਖਿਆ ਲੈ ਕੇ ਚਲੇ ਗਏ, ਤੇ ਗੁਰੂ ਅਮਰਦਾਸ ਜੀ ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ, ਬਾਬਾ ਜੀ ਦੱਸੋ ਫਿਰ। ਕਹਿੰਦੇ ਮਹਾਰਾਜ ਤੁਹਾਨੂੰ ਪਤਾ ਹੀ ਹੈ, ਆਵਾਜ਼ਾਂ ਤੁਸੀਂ ਦੋਨਾਂ ਦੀਆਂ ਪਛਾਣੀਆਂ, ਸੁਣੀਆਂ ਹੀ ਨੇ। ਭਾਈ ਜੇਠਾ ਜੀ ਇਹ ਕਾਬਲ ਨੇ, ਭਾਈ ਜੇਠਾ ਜੀ ਹੀ ਕਾਬਲ ਨੇ ਇਸ ਵਸਤੂ ਦੇ, ਇਸ ਦਾਤ ਦੇ, ਇਸ ਪਦਾਰਥ ਦੇ। ਜਿੰਨੀ ਕੁ ਕਿਸੇ ਦੇ ਕੋਲੇ ਕੀਮਤ ਹੁੰਦੀ ਹੈ, ਉਨੀ ਕੁ ਮਹਿੰਗੀ ਚੀਜ਼ ਬੰਦਾ ਖਰੀਦ ਲੈਂਦਾ ਹੁੰਦਾ ਹੈ। ਜਿੰਨੀ ਕੁ ਕੀਮਤ ਹੁੰਦੀ ਹੈ, ਉਦਾਂ ਦੀ ਵਸਤੂ ਖਰੀਦ ਲੈਂਦਾ ਹੈ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਬਾਬਾ ਬੁੱਢਾ ਜੀ ਗੱਲ ਤੁਹਾਡੀ 16 ਆਨੇ ਹੈ, ਗੱਲ ਤੁਹਾਡੀ ਪੱਕੀ ਹੈ ਕਿ ਜੇਠਾ ਹੀ ਗੁਰੂ ਨਾਨਕ ਦੇ ਘਰ 'ਚ ਪ੍ਰਵਾਨ ਹੋਇਆ। ਭਾਈ ਜੇਠਾ ਜੀ, ਜਿੱਥੇ ਭਾਈ ਜੇਠਾ ਜੀ ਵੀ ਸੇਵਾ ਕਰਦੇ ਨੇ ਤੇ ਬੀਬੀ ਭਾਨੀ ਵੀ ਸੇਵਾ ਕਰਦੇ ਨੇ, ਪਰ ਸੰਗਤ ਨੂੰ ਨਾ ਇਹ ਭੁਲੇਖਾ ਰਹਿ ਜੇ ਵੀ ਕਿਸੇ ਨਾਲ ਮੇਰ ਪੱਖ ਕੀਤੀ। ਤਾਂ ਕਰਕੇ ਫਿਰ ਇਹ ਕਸਵੱਟੀਆਂ ਲਾ ਕੇ, ਪਰਖ ਕਰਕੇ, ਸਾਰਿਆਂ ਨੂੰ ਜਣਾ ਕੇ, ਦੱਸ ਕੇ, ਕਿਉਂਕਿ ਇੱਥੇ ਮੇਰ ਪੱਖ ਨਹੀਂ। ਹੁਣ ਗੁਰੂ ਨਾਨਕ ਜੀ ਨੇ ਕੋਈ ਮੇਰ ਪੱਖ ਥੋੜੀ ਕੀਤੀ ਸੀ ਵੀ ਮੇਰ ਪੱਖ ਕਰਕੇ ਲੈਣੇ ਨੂੰ ਗੁਰਿਆਈ ਦੇ ਕੇ ਗੁਰੂ ਅੰਗਦ ਬਣਾਤਾ, ਬਾਬੇ ਸ੍ਰੀ ਚੰਦ ਨੂੰ ਨਹੀਂ ਗੁਰਿਆਈ ਦਿੱਤੀ। ਇਹ ਮੇਰ ਪੱਖ ਥੋੜੀ ਹੈ। ਜਿਹੜੀ ਜਿਸ ਹਿਰਦੇ ਦੇ ਵਿੱਚ ਜਿੰਨੀ ਕੁ ਵਸਤੂ ਟਿਕਣੀ ਹੈ, ਉਹ ਹਿਰਦਾ ਕਿੰਨਾ ਕੁ ਮਜ਼ਬੂਤ ਹੈ, ਉਹ ਕਿੰਨੀ ਕੁ ਵਸਤੂ ਨੂੰ ਜਰ ਸਕਦਾ ਹੈ, ਝੱਲ ਸਕਦਾ ਹੈ, ਸਹਿ ਸਕਦਾ ਹੈ, ਉਹਦੇ ਹਿਸਾਬ ਨਾਲ ਗੁਰੂ ਨੇ ਉਹ ਵਸਤੂ ਪਾਉਣੀ ਹੈ। ਜੋ ਪਾਵੇ ਭਾਂਡੇ ਵਿੱਚ ਵਸਤ, ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ। ਜਿੱਦਾਂ ਦੀ ਵਸਤੂ ਪਾਈ ਹੁੰਦੀ ਹੈ ਭਾਂਡੇ ਵਿੱਚ, ਉਦਾਂ ਦੀ ਉਹਦੇ ਅੰਦਰੋਂ ਨਿਕਲਦੀ ਹੁੰਦੀ ਹੈ। ਜਿੱਦਾਂ ਭਾਈ ਜੇਠਾ ਜੀ ਦੇ ਅੰਦਰੋਂ ਨਿਮਰਤਾ ਡੁੱਲ ਡੁੱਲ ਪੈਂਦੀ ਸੀ, ਅਸੀਂ ਅਣਜਾਣ ਆ ਮਹਾਰਾਜ, ਤੁਸੀਂ ਅੰਤਰਜਾਮੀ ਸਰਵੱਗ ਹੋ। ਤੇ ਭਾਈ ਰਾਮਾ ਜੀ ਦੇ ਅੰਦਰੋਂ ਹਉਮੈ ਡੁੱਲਦੀ ਸੀ,
ਵੀ ਮੈਂ ਤਾਂ ਉਦਾਂ ਦੀ ਬਣਾਇਆ ਜਿੱਦਾਂ ਦਾ ਤੁਸੀਂ ਕਿਹਾ ਸੀ, ਪਰ ਤੁਹਾਡੀ ਉਮਰ ਵੱਡੀ ਹੋਣ ਕਰਕੇ ਤੁਸੀਂ ਭੁੱਲ ਰਹੇ ਹੋ। ਮਹਾਰਾਜ ਕਹਿੰਦੇ ਨੇ ਬਾਬਾ ਜੀ ਠੀਕ ਹੈ, ਜੇਠਾ ਹੀ ਪਰਵਾਨ ਹੈ। ਫਿਰ ਉਹ ਜਦੋਂ ਆਪਣਾ ਸਮਾਂ ਟਾਈਮ ਨੇੜੇ ਦੇਖ ਕੇ ਗੁਰੂ ਅਮਰਦਾਸ ਜੀਆਂ ਨੇ ਆਪਣੇ ਤਖਤ ਤੇ ਬਿਠਾ ਕੇ ਭਾਈ ਜੇਠੇ ਨੂੰ ਨਾਮ ਰੱਖਿਆ ਰਾਮਦਾਸ। ਕਹਿੰਦੇ ਅੱਜ ਤੋਂ ਇਹ ਜੇਠਾ ਨਹੀਂ ਰਹਿ ਗਿਆ, ਅੱਜ ਤੋਂ ਇਹ ਗੁਰੂ ਰਾਮਦਾਸ ਜੀ ਬਣ ਗਏ। ਇਹਦੇ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਾ ਜਾਣਨਾ, ਕੋਈ ਫਰਕ ਨਾ ਸਮਝਣਾ। ਜਿਹੜਾ ਸਦਨਾ ਦੀ ਬਾਣੀ ਹੈ ਨਾ, ਰਾਮਕਲੀ ਰਾਗ ਦੇ ਵਿੱਚ ਬਾਬਾ ਸੁੰਦਰਦਾਸ ਜੀ ਦੀ ਉਚਾਰੀ ਹੋਈ ਸਦ, ਇਹ ਉਸ ਸਮੇਂ ਦਾ ਵਾਰਤਾਲਾਪ ਹੈ ਸਾਰਾ। ਬਾਬਾ ਸੁੰਦਰ ਜੀ ਸੁਣ ਰਹੇ ਸਨ ਜਿਹੜੇ ਜਿਹੜੇ ਬਚਨ ਕੀਤੇ ਸੀ ਗੁਰੂ ਅਮਰਦਾਸ ਨੇ ਗੁਰਿਆਈ ਦੇਣ ਲੱਗਿਆਂ। ਤੇ ਬਾਬਾ ਸੁੰਦਰ ਜੀ ਨੇ ਫਿਰ ਜਦੋਂ ਗੁਰੂ ਅਰਜਨ ਦੇਵ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਉਦੋਂ ਉਹਨਾਂ ਨੇ ਫਿਰ ਇਦਾਂ ਉਹਨੂੰ ਕਵਿਤਾ ਰੂਪ ਦੇ ਵਿੱਚ, ਸ਼ਬਦ ਰੂਪ ਦੇ ਵਿੱਚ ਉਚਾਰ ਕੇ ਗੁਰੂ ਅਰਜਨ ਦੇਵ ਜੀ ਨੂੰ ਸੁਣਾਏ। ਗੁਰੂ ਅਰਜਨ ਦੇਵ ਜੀ ਤਾਂ ਉਦੋਂ ਨਿੱਕੇ ਜੀ ਸੀ, ਤੇ ਬਾਬਾ ਸੁੰਦਰ ਜੀ ਕਹਿੰਦੇ ਵੀ ਆਹ ਬਚਨ ਗੁਰੂ ਅਮਰਦਾਸ ਜੀ ਨੇ ਕੀਤੇ ਸੀ ਉਦੋਂ ਦੇਹ ਸਰੀਰ ਤਿਆਗਣ ਵੇਲੇ। ਜਗਦਾਤਾ ਸੋਏ ਭਗਤ ਵਛਲ ਤੇ ਲੋਏ ਜੀਓ, ਗੁਰ ਸ਼ਬਦ ਸਮਾਵੇ ਅਵਰ ਨ ਜਾਣੈ ਕੋਏ ਜੀਓ। ਜਦੋਂ ਐਲਾਨ ਕੀਤਾ ਸੰਗਤ ਦੇ ਵਿੱਚ ਕਿ ਮੇਰਾ ਰੂਪ ਜਾਣਨਾ, ਸਾਰੇ ਪੈਰੀ ਹੱਥ ਲਾਓ, ਮੱਥਾ ਟੇਕੋ। ਬਾਬਾ ਮੋਰੀ ਜੀ ਨੇ ਮੱਥਾ ਟੇਕਿਆ, ਸਾਰੀਆਂ ਸੰਗਤਾਂ ਨੇ ਟੇਕਿਆ। ਬਾਬਾ ਮੋਹਣ ਗੁੱਸੇ ਹੋ ਗਿਆ। ਉਹਦਾ ਜ਼ਿਕਰ ਇਦਾਂ ਹੀ ਲਿਖਿਆ, ਫਿਰ ਕੋਈ ਕਰ ਬਖੀਲੀ ਨਿਭੈ ਨਾਹੀ, ਫਿਰ ਸਤਿਗੁਰ। ਹੁਣ ਇਹ ਇੱਕ ਪੰਕਤੀ ਦੇ ਵਿੱਚ ਕਿੱਡਾ ਰਹੱਸ ਹੈ। ਫਿਰ ਸਤਿਗੁਰ ਆਣ ਨਿਭਾਇਆ, ਕੋਈ ਕਰ ਬਖੀਲੀ ਨਿਭੈ ਨਾਹੀ, ਮੋਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਆਏ ਜੀਓ। ਫਿਰ ਉਹਨਾਂ ਦਾ ਜ਼ਿਕਰ ਹੈ ਬਾਬੇ ਮੋਹਣ ਦਾ। ਕੋਈ ਕਰ ਬਖੀਲੀ ਝਗੜਾ ਕਰ ਲਿਆ ਵੀ ਮੇਰੀ ਬੰਦਗੀ ਥੋੜੀ ਸੀ ਕਿਤੇ, ਕਿ ਮੈਂ ਯੋਗ ਨਹੀਂ ਸੀ ਗੁਰਿਆਈ ਤੇ, ਮੈਂ ਕਾਬਲ ਨਹੀਂ ਸੀ, ਤੁਸੀਂ ਇਹਨੂੰ ਜੇਠੇ ਨੂੰ ਬਣਾਤਾ ਗੁਰੂ, ਕਿ ਮੈਂ ਨਹੀਂ ਸੀ ਬਣ ਸਕਦਾ, ਮੈਂ ਨਹੀਂ ਮੱਥਾ ਟੇਕਣਾ। ਇਹ ਤਾਂ ਗੋਲਾ ਹੈ, ਘਰ ਦਾ ਨੌਕਰ ਹੈ ਸਾਡਾ, ਇਦਾਂ ਨੌਕਰ ਵਾਂਗੂ ਕੰਮ ਕਰਦਾ ਹੈ। ਲੋਕਾਂ ਦੀ ਨਿਗਾਹ ਦੇ ਵਿੱਚ ਕੰਮ ਹੈ ਤੇ ਸਿੱਖ ਤੇ ਗੁਰੂ ਦੀ ਨਜ਼ਰ ਦੇ ਵਿੱਚ ਸੇਵਾ ਹੈ। ਕਹਿੰਦੇ ਮੈਂ ਨਹੀਂ ਨਿਭਦਾ, ਮੈਂ ਨਹੀਂ ਝੁਕਦਾ, ਕੋਈ ਕਰ ਬਖੀਲੀ ਨਿਭੈ ਨਾਹੀ। ਫਿਰ ਜਦੋਂ ਫਿਰ ਸਤਿਗੁਰ ਆਣ ਨਿਭਾਇਆ। ਜਦੋਂ ਪੋਥੀਆਂ ਲੈਣ ਗਏ ਬਾਬਾ ਬੁੱਢਾ ਜੀ, ਇਹੀ ਬਾਬਾ ਮੋਹਣ ਸੀ ਜਿਹਨੇ ਚਵਾਰੇ ਦਾ ਬਾਰ ਨਹੀਂ ਸੀ ਖੋਲਿਆ। ਗੁਰੂ ਅਰਜਨ ਦੇਵ ਜੀ ਲੈਣ ਗਏ, ਸ਼ਬਦ ਉਚਾਰਿਆ ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਉਦੋਂ ਪੋਥੀਆਂ ਸਿਰ ਤੇ ਚੁੱਕ ਕੇ ਚਵਾਰਾ ਖੋਲ ਕੇ ਵਾਰ ਬੂਹਾ। ਗੁਰੂ ਅਰਜਨ ਦੇਵ ਜੀ ਬੀਹੀ ਵਿੱਚ ਭੁੰਜੀ ਬੈਠੇ ਸਨ। ਉਹ ਪੋਥੀਆਂ ਲੈ ਕੇ ਬਾਬਾ ਮੋਹਣ ਜੀ ਆ ਗਏ। ਕਹਿੰਦੇ ਹੁਣ ਲੱਗਦੇ ਸੀ ਭਾਣਜੇ, ਗੁਰੂ ਅਰਜਨ ਦੇਵ ਜੀ ਭਾਣਜਾ ਲੱਗਦੇ ਸੀ ਦੁਨਿਆਵੀ ਰਿਸ਼ਤੇਦਾਰੀ ਵਿੱਚੋਂ। ਬਾਬਾ ਮੋਹਣ ਜੀ ਮਾਮਾ ਜੀ ਲੱਗਦੇ ਸਨ। ਕਹਿੰਦੇ ਆ ਪੋਥੀਆਂ ਲਓ, ਪਰ ਮੈਥੋਂ ਇੱਕ ਗਲਤੀ ਹੋ ਗਈ ਸੀ। ਜਦੋਂ ਗੁਰੂ ਅਮਰਦਾਸ ਜੀ ਨੇ ਤੇਰੇ ਪਿਤਾ ਨੂੰ ਰਾਮਦਾਸ ਨੂੰ ਗੁਰਿਆਈ ਦਿੱਤੀ ਨਾ, ਮੈਂ ਆਕੜ ਕੇ ਉਹਨਾਂ ਨੂੰ ਮੱਥਾ ਨਹੀਂ ਸੀ ਟੇਕਿਆ, ਹੁਣ ਮੈਂ ਤੈਨੂੰ ਮੱਥਾ ਟੇਕਣਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਮਹਾਰਾਜ ਤੁਸੀਂ ਵੱਡਿਆਂ ਦੇ ਪੁੱਤਰ, ਮੈਂ ਇੱਕ ਨਿਮਾਣਾ ਸੇਵਾਦਾਰ, ਮੈਂ ਤੁਹਾਡੇ ਤੋਂ ਆਪਣੇ ਚਰਨੀ ਹੱਥ ਨਹੀਂ ਲਵਾਉਣੇ, ਮੱਥਾ ਨਹੀਂ ਟਿਕਾਉਣਾ। ਜਦੋਂ ਕਹਿੰਦੇ ਨਹੀਂ ਮੈਂ ਤਾਂ ਮੱਥਾ ਟੇਕਣਾ ਹੈ, ਉਹਨਾਂ ਦਾ ਵਚਨ ਤਾਂ ਨਹੀਂ ਸੀ ਮੰਨਿਆ ਗਿਆ, ਤੁਸੀਂ ਉਹਨਾਂ ਦੀ ਰੂਪ ਹੋ, ਪੰਜਵੀਂ ਜਗ੍ਹਾ ਤੇ ਹੋ। ਫਿਰ ਗੁਰੂ ਅਰਜਨ ਦੇਵ ਜੀ ਕਹਿੰਦੇ ਸੈਂਚੀਆਂ ਮੈਨੂੰ ਦਿਓ, ਮੈਂ ਆਪਣੇ ਸਿਰ ਤੇ ਰੱਖ ਲੈਣਾ ਸੈਂਚੀਆਂ, ਫੇਰ ਮੱਥਾ ਟੇਕ ਲਿਓ, ਕਿਉਂਕਿ ਫਿਰ ਇਹ ਬਾਣੀ ਨੂੰ ਮੱਥਾ ਹੋਏਗਾ, ਮੈਨੂੰ ਨਹੀਂ। ਕਹਿੰਦੇ ਜੀ ਸਤ ਵਚਨ। ਫਿਰ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੀਆਂ ਸੈਂਚੀਆਂ ਆਪਣੇ ਸੀਸ ਤੇ ਰੱਖੀਆਂ।
ਬਾਬੇ ਮੋਹਣ ਨੇ ਫਿਰ ਮੱਥਾ ਟੇਕਿਆ। ਇਹ ਜ਼ਿਕਰ ਹੈ। ਫਿਰ ਸਤਿਗੁਰ ਆਣ ਨਿਭਾਇਆ। ਫਿਰ ਇਹਦੇ ਵਿੱਚ ਕਈ ਸਾਲ ਲਗਾਏ ਪਏ। ਫਿਰ ਦੇ ਵਿੱਚ ਫਿਰ ਚਿਰ ਬਾਅਦ ਕੋਈ ਕਰ ਬਖੀਲੀ ਨਿਭੈ ਨਹੀਂ, ਫਿਰ ਸਤਿਗੁਰ ਆਣ ਨਿਭਾਇਆ। ਹਰ ਗੁਰੇ ਭਾਣਾ ਦੀ ਵਡਿਆਈ, ਧੁਰ ਲਿਖਿਆ ਲੇਖ ਰਜਾਈ ਜਿਉ ਕਹੈ ਸੁੰਦਰ। ਸੁਣੋ ਸੰਤ ਹੋ ਸਭ ਜਗਤ ਪੈਰੀ ਪਾਏ। ਇਦਾਂ ਗੁਰੂ ਰਾਮਦਾਸ ਜੀ ਫਿਰ ਸਾਧ ਸੰਗਤ ਜੀ ਗੁਰਿਆਈ ਗੁਰੂ ਅਮਰਦਾਸ ਜੀਆਂ ਨੇ ਬਖਸ਼ੀ ਤੇ ਗੁਰੂ ਰਾਮਦਾਸ ਜੀਆਂ ਨੇ ਫਿਰ 7 ਸਾਲ ਗੁਰਿਆਈ ਕੀਤੀ। 6.5 ਸਾਲ ਦੇ ਕਰੀਬ 40 ਸਾਲ ਦੀ ਉਮਰ ਸੀ। 28 ਸਾਲ ਸੇਵਾ ਕੀਤੀ ਗੁਰੂ ਅਮਰਦਾਸ ਜੀ ਦੇ ਰਜਾ ਦੇ ਵਿੱਚ, ਭਾਣੇ ਦੇ ਵਿੱਚ। ਇਦਾਂ ਸੇਵਾ ਕਰਦੇ ਆ। ਜਦੋਂ ਫਿਰ ਗੁਰਿਆਈ ਸਿਰ ਛੱਤਰ ਫਿਰ ਆਇਆ, ਗੁਰੂ ਰਾਮਦਾਸ ਜੀ ਸੁਤੰਤਰ ਗੁਰੂ ਬਣ ਗਏ। ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ। ਗੁਰੂ ਰਾਮਦਾਸ ਜੀ ਦੇ 679 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। 30 ਰਾਗਾਂ ਦੇ ਵਿੱਚ ਬਾਣੀ ਲਿਖੀ। ਬੱਚਿਆਂ ਦੇ ਆਨੰਦ ਕਾਰਜ ਆਪਾਂ ਕਰਾਉਣੇ ਆ, ਉਹ ਲਾਵਾਂ 4 ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀਆਂ ਹੋਈਆਂ। ਫਿਰ ਵਿਆਹ ਦੇ ਸਮੇਂ ਘੋੜੀਆਂ ਗਾਇਆ ਕਰਦੀਆਂ, ਵੀਰ ਦੇ ਵਿਆਹ ਵੇਲੇ ਬੀਬੀਆਂ, ਤੇ ਘੋੜੀਆਂ ਨਾਂ ਦੀ ਬਾਣੀ ਬੜਾ ਹੰਸ ਰਾਗ ਦੇ ਵਿੱਚ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀ ਹੈ। ਦੇਹ ਤੇਜਣ ਜੀ ਰਾਮ ਉਪਾਈਆ ਰਾਮ। ਦੇਹ ਤੇਜਣ ਜੀ 2 ਸ਼ਬਦ ਨੇ, 4-4 ਪਦਿਆਂ ਦੇ। ਘੋੜੀਆਂ ਤੇ ਬੜਹੰਸ ਰਾਗ ਦੇ ਵਿੱਚ ਅਲਾਣੀਆਂ ਵੀ ਹੈ ਤੇ ਘੋੜੀਆਂ। ਆਸਾ ਦੀ ਵਾਰ ਦੇ ਜਿਹੜੇ ਆਪਾਂ ਰਾਮ ਰਾਜਿਆਂ ਵਾਲੇ ਸ਼ਬਦ ਪੜ੍ਹਦੇ ਆ ਨਾ, ਛੰਤ ਛੱਕੇ, ਉਹ ਵੀ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਹੋਏ। ਆ ਸ਼ੁਰੂ ਵਿੱਚ ਆਪਾਂ ਪੜ੍ਹਦੇ ਸੀ, ਹਰ ਅੰਮ੍ਰਿਤ ਪਿੰਨੇ ਲੋਇਣਾ। ਗੁਰੂ ਰਾਮਦਾਸ ਜੀ ਦੀ ਬਾਣੀ ਤਾਂ ਸਾਰੀਏ ਮਹਾਨ ਹੈ, ਪਰ ਧੰਨ ਗੁਰੂ ਰਾਮਦਾਸ ਜੀ ਨੇ ਤਾਂ ਉਹਨਾਂ ਵਿਸ਼ਿਆਂ ਨੂੰ ਛੋਹਿਆ ਗੁਰਬਾਣੀ ਦੇ ਵਿੱਚ ਜਿਹੜੇ ਬੜੇ ਮਹਾਨ। ਕਿਤੇ ਰਾਮ ਰਾਜੇ ਆਸਾ ਦੀ ਵਾਰ ਦੇ ਛੱਕੇ ਜਦੋਂ ਗਾਈਂਦੇ ਨੇ, ਗੁਰਮੁਖ ਢੂੰਡ ਢੁੰਡੇਂਡਿਆਂ ਹਰ ਸੱਜਣ ਲੱਦਾ। ਗੁਰਮੁਖਾਨੇ ਢੂੰਡ ਢੂੰਡ ਕੇ ਆ ਦੇਹੀ ਦੇ ਵਿੱਚੋਂ, ਸਰੀਰ ਦੇ ਵਿੱਚੋਂ ਹਰੀ ਸੱਜਣ ਨੂੰ ਕਹਿੰਦੇ ਲੱਭ ਲਿਆ। ਕੰਚਨ ਕਾਇਆ ਕੋਟਗੜ, ਕੋਟ ਕਿਲੇ ਨੂੰ ਕਹਿੰਦੇ ਨੇ ਗੜ ਕਿਲਾ। ਜਿਹੜਾ ਸਰੀਰ ਹੈ ਕਹਿੰਦੇ ਸੋਨੇ ਦਾ ਕਿਲਾ ਹੈ, ਸੋਨੇ ਦਾ ਕਿਲਾ। ਕੰਚਨ ਕਾਇਆ ਕੋਟਗੜ ਵਿੱਚ ਹਰ ਹਰ, ਸਿੱਧਾ ਹੀ ਰੱਬ ਦੇ ਕਿਲੇ ਦੇ ਵਿੱਚ ਹੈ। ਸੋਨੇ ਦਾ ਕਿਲਾ ਜਿਹੜਾ ਸਰੀਰ ਹੈ, ਸੋਨੇ ਦਾ ਕਿਲਾ ਵਿੱਚ ਹਰ ਹਰ ਸਿੱਧਾ, ਹਰ ਹਰ ਹੀਰਾ ਹਰ ਰਤਨ ਹੈ। ਮੇਰਾ ਮਨ ਤਨ ਵਿਦਾ ਧੁਰ ਭਾਗ ਵੱਡੇ ਹਰ ਪਾਇਆ, ਨਾਨਕ ਰਸ ਗੁੱਦਾ। ਇਦਾਂ ਭਾਈ ਕਿੱਥੇ ਲਾਹੌਰ ਦੇ ਚੂਨਾ ਮੰਡੀ ਬਾਜ਼ਾਰ ਵਿੱਚ ਜਨਮ ਹੁੰਦਾ ਹੈ। ਬਚਪਨੇ ਵਿੱਚ ਮਾਤਾ ਪਿਤਾ ਚੱਲ ਵਸਦੇ ਨੇ। ਕਿੱਦਾਂ ਨਾਨੀ ਆਪਣੇ ਨਗਰ ਲੈ ਕੇ ਆਈ, ਸੰਗਤ ਨਾਲ ਮਿਲ ਕੇ ਗੋਇੰਦਵਾਲ ਸਾਹਿਬ ਆਏ। 28 ਸਾਲ ਸੇਵਾ ਕੀਤੀ। ਸੇਵਾ ਕਰਕੇ ਗੁਰੂ ਅਮਰਦਾਸ ਦਾ ਹੀ ਰੂਪ ਬਣ ਗਏ। ਅਸੀਸਾਂ ਲਈਆਂ ਫਕੀਰ ਦੀਆਂ। ਅੱਜ ਵੇਖੋ ਲੱਖਾਂ ਲੋਕ ਗੁਰੂ ਰਾਮਦਾਸ ਜੀ ਦੇ ਲੰਗਰ ਦੇ ਵਿੱਚ ਅੰਮ੍ਰਿਤਸਰ ਪ੍ਰਸ਼ਾਦਾ ਛਕਦੇ ਨੇ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਹਿੰਦੇ ਨਹੀਂ ਥੱਕਦੇ ਲੋਕ। ਉਹ ਐਸੇ ਗੁਣ ਸਨ ਗੁਰੂ ਰਾਮਦਾਸ ਜੀ ਦੇ ਅੰਦਰ, ਐਸੀ ਮਹਾਨ ਉਹਨਾਂ ਨੇ ਰਚਨਾ ਕੀਤੀ ਬਾਣੀ ਦੀ। ਨਵੇਂ ਤੋਂ ਨਵਾਂ ਗਿਆਨ, ਨਵੇਂ ਤੋਂ ਨਵੀਂ ਸਮਝ, ਨਵੀਂ ਤੋਂ ਨਵੀਂ ਸੋਝੀ। ਕਹਿੰਦੇ ਭਾਈ ਰੱਬ ਨੂੰ ਬਾਹਰ ਕੀ ਢੂੰਡਦੇ ਹੋ, ਆ ਸਰੀਰ ਦੇ ਕਿਲੇ ਵਿੱਚ ਢੂੰਡ ਲਓ। ਇਹ ਸੋਨੇ ਦਾ ਕਿਲਾ ਜਿਹੜਾ ਸਰੀਰ ਹੈ,
ਔਰ ਬੈਰਾਗ ਕਿੰਨਾ ਗੁਰਮੁਖ ਪਿਆਰੇ ਆਏ ਮਿਲ, ਮੈਂ ਚਿਰੀ ਵਿਛੁੰਨੇ, ਚਿਰਾਂ ਦਾ ਵਿਛੜਿਆ ਹੋਇਆ ਐ ਸਤਿਗੁਰੂ ਜੀ ਮਿਲੋ ਆ ਕੇ। ਕਿਤੇ ਕਹਿੰਦੇ ਨੇ ਪੰਥ ਦਸਾਵਾਂ ਨਿਤ ਖੜੀ, ਮੁੰਦ ਜੋਵਨ ਵਾਲੀ RAM ਰਾਜੇ। ਕਿੰਨੀ ਪਿਆਰੀ ਬਾਣੀ ਹੈ ਗੁਰੂ ਰਾਮਦਾਸ ਜੀ ਦੀ। 30 ਰਾਗਾਂ ਦੇ ਵਿੱਚ 679 ਸ਼ਬਦ ਉਹਨਾਂ ਨੇ ਗਾਇਨ ਕੀਤੇ, ਉਚਾਰਨ ਕੀਤੇ। ਹਰ ਵਿਆਹ ਆਨੰਦ ਕਾਰਜ ਬੱਚਿਆਂ ਦਾ ਉਹਨਾਂ ਦੀਆਂ ਲਾਵਾਂ ਪੜ੍ਹ ਕੇ ਹੀ ਸੰਪੂਰਨ ਹੁੰਦਾ ਹੈ। ਐਸੇ ਗੁਰੂ ਧੰਨ ਗੁਰੂ ਰਾਮਦਾਸ ਜੀ, ਉਹਨਾਂ ਦਾ ਆਪਾਂ ਅਵਤਾਰ ਪੁਰਬ ਮਨਾ ਰਹੇ ਹਾਂ। ਕੀਰਤਨ ਸੋਹਿਲੇ ਵੇਲੇ ਆਪਾਂ ਹਰ ਰੋਜ਼ ਪੜ੍ਹਦੇ ਹਾਂ। ਸ਼ੁਰੂ ਵਿੱਚ ਪੜ੍ਹਿਆ ਸੀ, ਕਾਮ ਕਰੋਧ ਨਗਰ ਬਹੁ ਭਰਿਆ। ਨਗਰ ਕਿਹੜਾ? ਸਰੀਰ ਰੂਪੀ ਨਗਰ, ਇਹ ਕਾਮ ਤੇ ਕ੍ਰੋਧ ਦੇ ਨਾਲ ਭਰਿਆ। ਕਹਿੰਦੇ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਗੁਰੂ ਨੂੰ ਮਿਲ ਕੇ। ਸਾਧੂ ਗੁਰੂ ਨੂੰ ਮਿਲ ਕੇ ਮਿਲ ਸਾਧੂ ਖੰਡਲ, ਖੰਡਾ ਹੈ ਖੰਡਲ ਭਾਵ ਉਹ ਖੰਡਨ ਕਰਤਾ ਜਿਹੜਾ ਕਾਮ ਤੇ ਕ੍ਰੋਧ ਦਾ ਇਹ ਨਗਰ ਭਰਿਆ ਹੋਇਆ ਸੀ। ਕਾਮ ਕ੍ਰੋਧ ਨਗਰ ਬਹੁ ਭਰਿਆ, ਕਾਮ ਕ੍ਰੋਧ ਨਗਰ ਬਹੁ ਭਰਿਆ, ਨਗਰ ਬਹੁ ਭਰਿਆ, ਕਾਮ ਕ੍ਰੋਧ ਨਗਰ ਬਹੁ ਭਰਿਆ, ਨਗਰ ਬਹੁ ਭਰਿਆ, ਕਾਮ ਕ੍ਰੋਧ ਨਗਰ ਬਹੁ ਭਰਿਆ, ਕਾਮ ਕ੍ਰੋਧ ਨਗਰ ਬਹੁ ਭਰਿਆ, ਕਾਮ ਕ੍ਰੋਧ ਨਗਰ ਬਹੁ ਭਰਿਆ, ਨਗਰ ਬਹੁ ਭਰਿਆ, ਕਾਮ ਕ੍ਰੋਧ ਨਗਰ ਬਹੁ ਭਰਿਆ, ਹਰਿਆ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੈ, 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 ਖੰਡਲ ਖੰਡਾ ਹੈ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, 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 ਲਿਖੇ ਗੁਰ ਪਾਇਆ, ਪੂਰਬ ਲਿਖਤ ਲਿਖੇ ਗੁਰ ਪਾਇਆ, ਲਿਖਤ ਲਿਖੇ ਗੁਰ, ਪੂਰਬ ਲਿਖਤ ਲਿਖੇ ਗੁਰ ਪਾਇਆ, ਪੂਰਬ ਲਿਖਤ ਲਿਖੇ ਗੁਰ ਪਾਇਆ, ਪੂਰਬ ਲਿਖਤ ਲਿਖੇ ਗੁਰ ਪਾਇਆ, ਲਿਖੇ ਗੁਰ ਪਾਇਆ, ਪੂਰਬ ਲਿਖਤ 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 ਲਿਖੇ ਗੁਰ ਪਾਇਆ, ਗੁਰ ਪਾਇਆ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੈ, ਮਨ ਹਰ ਲਿਵ ਮੰਡਲ ਮੰਡਾ ਹੈ, ਹਰ ਲਿਵ ਮੰਡਲ ਮੰਡਾ ਹੈ, ਮਨ ਹਰ ਲਿਵ ਮੰਡਲ ਮੰਡਾ ਹੈ, ਹਰ ਲਿਵ ਮੰਡਲ ਮੰਡਾ ਹੈ, ਮਨ ਹਰ ਲਿਵ ਮੰਡਲ ਮੰਡਾ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ, 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 ਕ੍ਰੋਧ ਨਗਰ ਬਹੁ ਭਰਿਆ, ਕਾਮ ਕ੍ਰੋਧ ਨਗਰ ਬਹੁ ਭਰਿਆ। ਕਿੰਨਾ ਸਿੱਧਾ ਸਪਸ਼ਟ ਸ਼ਬਦਾਂ ਵਿੱਚ ਗੁਰਬਾਣੀ ਉਚਾਰ ਕੇ ਸਮਝਾਉਂਦੇ ਨੇ ਗੁਰੂ ਰਾਮਦਾਸ ਜੀ। ਕਹਿੰਦੇ ਸਰੀਰ ਰੂਪੀ ਪਿੰਡ ਕਾਮ ਤੇ ਕ੍ਰੋਧ ਦਾ ਭਰਿਆ ਹੋਇਆ, ਗੁਰੂ ਸਾਧੂ ਨੂੰ ਮਿਲ ਕੇ ਮੈਨੂੰ ਪਵਿੱਤਰ ਬਣਾ ਲਿਆ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਮੇਰੇ ਮਨ ਵਿੱਚ ਹਰੀ ਦੀ ਲਿਵ ਲੱਗ ਗਈ, ਪਰਮਾਤਮਾ ਦਾ ਪਿਆਰ ਪੈਦਾ ਹੋ ਗਿਆ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਮਨ ਮੇਰਾ ਪਵਿੱਤਰ ਹੋ ਗਿਆ, ਸ਼ੁੱਧ ਹੋ ਗਿਆ।
इदां भाई ये महान गुरबाणी की रचना ते आपां गुरबाणी पढ़ के सुन के समझ के साडे मन नूं इह जिहा खुराक देण लग जी ना, गुरबाणी की खुराक। ये हीरे रत्नां दा चोगा है गुरबाणी की, जिहड़ी गुरबाणी है हीरे रत्नां दा चोगा। मन किते हंस बन के चुगण लग जे, बस फिर एक एक करके मन ने अंदरों वो वकार जिहड़े दा पहला ਆਪਾਂ ਜ਼ਿਕਰ ਕਰਦੇ ਸੀ ਉਹ ਛੱਡ ਦੇਣੇ ਨੇ, बुराइयां ਛੱਡ ਦੇਣੀਆਂ ਨੇ, वकार ਛੱਡ ਦੇਣੇ ਨੇ। ਚੰਗਿਆਈ इस मन ने इकट्ठी करनी शुरू कर लेनी है। जदों चंगियाई चंगे गुण इकट्ठे कर लग गया ते चंगे गुणां दा नाम ही परमात्मा है। जे रब दे दर्शन करने ने ना, आपां कहने आ फलाना बंदा रब वर्गा है, भाव उहदे अंदर चंगियाइयां ने, चंगे गुण ने, चंगे गुण जिहदे विचों दिसदे ने ते ओहनूं आपां रब वर्गा कह दिंदे आ। इस करके धन गुरु रामदास जी 47 साल की उम्र शरीर की उन्होंने भोगी ते 28 साल निरंतर सेवा की, 12 साल की उम्र विच आए सन ते पौने 7 साल उन्होंने गुरु नानक दे तख्त ते बह के संगतां नूं उपदेश दिता। अमृत गुरबाणी, अमृत वर्गी बाणी की रचना की। इस अमृत बाणी नूं सुन के पढ़ के लखां लोकां ने अपनी रूह का भला किया, लखां ही अज कर रहे ने ते रहिंदी दुनिया तक इदां ही गुरु रामदास जी की बाणी ने, धन गुरु ग्रंथ साहब जी की बाणी ने। लखां ही करोड़ां ही लोकां दा भला कर देना है। जिहड़ी जिन्ना कोई चाहुंदे ने भी मैं भी सुख शांति चाहुंदा, मैं भी चाहुंदा, उन्ने क फिर बाणी नाल जुड़ जांदे ने। जिहड़े जुड़ जांदे ने सेवक सिख पूजन सब आवे, सब गावे हर हर, उत्तम बाणी गाविया सुनिया, तिन का हर थाए पावै, जिन सतगुर की आज्ञा सत सत करमानी। आओ इन्नियां बेनतियां प्रवान करनियां। महारिषि वाल्मीकि जी के अवतार पुरब दियां, धन गुरु रामदास जी के अवतार पुरब दियां आप जी सारियां नूं बहुत बहुत वधाइयां। सब दी हाजरी महाराज अपने दर ते प्रवान करे। अगले महीने का जिहड़ा दीवान सजना है वो 19 नवंबर का होएगा। गुरु नानक साहब जी का अवतार पुरब भी है नाल 19 का। अखंड पाठ प्रकाश होने ने 17 नूं ते शाम नूं 6 बजे अखंड पाठ प्रकाश होणगे। 5 बजे शाम नूं 19 तरीक नूं अखंड पाठ साहिब दे भोग शुरू होणगे। 6 बजे तक समाप्ति हो के दरबार साहब दे विचों ते नाल फिर अमृत भी छकाया जाएगा आउण वाले दीवान विच गुरपुरब ते। कईयां दे फोन अज भी आए सी अमृत वास्ते, सो भाई इस बार अमृत का बाटा नहीं तैयार किया, सो अगले महीने जिहड़ा 19 नवंबर का दीवान सजना है खंडे वाटे का अमृत जिन्हां ने छकना 6 बजे तो पहला पहला पहुंचना। सो 6 तो फिर 9 बजे तक दीवान 9:30 होए ने समाप्ति करन लगे हैं। 19 नवंबर नूं 5 बजे अखंड पाठ साहिब के भोग पैणगे ते नाल ही संगतां प्रशादा पानी छक के दीवान विच सज जाणगीआं। 9 बजे समाप्ति हो जाएगी। जिन्हां ने अमृत छकना ते 6 बजे तो पहला पहला पहुंचण। आओ जी आप जी सारियां दा धन्नवाद। सतगुरु किरपा मेहर बख्शिश करन सारियां ते। असीं भी कुछ ना कुछ गुण लईए सतगुर दी बाणी तो। सतगुर महापुरख है पारस, जो लागै सो फल गुण। सतगुर महापुरख हन पारस, कंचन कर दे लोहे नूं। सतगुर महापुरख हन पारस, कंचन कर दे लोहे नूं। सतगुर महापुरख है पारस, कंचन कर दे लोहे नूं। सतगुर महापुरख है पारस, कंचन कर दे लोहे नूं। सतगुर महापुरख ने पारस कर दे लोहे नूं। सतगुर महापुरख है पारस, कंचन कर दे लोहे नूं। कंचन कर दे लोहे नूं, कर दे लोहे नूं, कंचन कर दे लोहे नूं।
ਕਰਦੇ ਲੋਹੇ ਨੂੰ 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 ਕੰਚਨ ਕਰਦੇ ਲੋਹੇ ਨੂੰ ਕੰਚਨ ਕਰਦੇ ਲੋਹੇ ਨੂੰ ਕੰਚਨ ਕਰਦੇ ਲੋਹੇ ਨੂੰ ਸਤਿਗੁਰ ਮਹਾਂਪੁਰਖ ਨੇ ਪਾਰ ਸਤਿਗੁਰ ਮਹਾਂਪੁਰਖ ਨੇ ਪਾਰ ਕੰਚਨ ਕਰਦੇ ਲੋਹੇ ਨੂੰ 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 ਮਹਾਂਪੁਰਖ ਨੇ ਪਾਰ ਕੰਚਨ ਕਰਦੇ ਲੋਹੇ ਨੂੰ ਸਤਿਗੁਰ ਮਹਾਂਪੁਰਖ ਨੇ ਪਾਰ ਕੰਚਨ ਕਰਦੇ ਲੋਹੇ ਨੂੰ ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਬੋਲੋ ਜੀ ਸਾਰੇ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਸਾਹਿਬ ਧਨ ਹੈ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਰਾਏ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਰਾਏ ਜੀ ਧਨ ਹੈ ਗੁਰੂ ਸ੍ਰੀ ਹਰਿ ਰਾਏ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ ਧਨ ਹੈ ਧਨ ਹੈ ਗੋਬਿੰਦ ਸਿੰਘ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗ੍ਰੰਥ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ
ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ 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 ਬੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਬੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰੇ ਮਿੱਠੇ ਲੱਗਣਗੇ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰੇ ਮਿੱਠੇ ਲੱਗਣਗੇ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰੇ ਮਿੱਠੇ ਲੱਗਣਗੇ ਬੋਲ ਪਿਆਰਿਆ। ਵਾਹਿਗੁਰੂ 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 ਬੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ 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 ਬੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ 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 ਬੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ